ਕਹਿੰਦੇ ਨੇ ਸਰਕਾਰ ਨਾਲ ਲੜਨਾ, ਸਿਸਟਮ ਨਾਲ ਲੜਨਾ ਬੜਾ ਔਖਾ ਹੁੰਦਾ ਹੈ। ਤੁਸੀਂ ਬਗਾਨੇ ਮੁਲਕ ਦੇ ਵਿੱਚ ਸਿਸਟਮ ਦੇ ਨਾਲ ਆਡਾ ਲਿਆ, ਡਰ ਨਹੀਂ ਲੱਗਾ? ਜਦੋਂ ਉਹਦੀ ਕਿਰਪਾ ਹੋਵੇ ਨਾ ਤੇ ਫਿਰ ਬੰਦੇ ਦੇ ਅੰਦਰ ਜਨੂਨ ਪੈਦਾ ਹੋ ਜਾਂਦਾ ਕਿ ਨਹੀਂ ਇਹ ਕੰਮ ਮੈਂ ਕਰਨਾ ਤੇ ਕਰਨਾ। ਦੂਸਰਾ ਮੈਨੂੰ ਇਹ ਨਹੀਂ ਸੀ ਜੱਚ ਰਿਹਾ ਕਿ ਕਿਸ ਤਰ੍ਹਾਂ ਫਾਂਸੀ ਦਿੱਤੀ ਜਾਏਗੀ 17 ਬੰਦਿਆਂ ਨੂੰ। ਰੱਬ ਨੇ ਡਿਊਟੀ ਲਾਈ ਹੈ ਨਾ ਜੀ ਤੇ ਫਿਰ ਉਹਨੂੰ ਫਿਕਰ ਹੈ ਕਿ ਪੈਸਾ ਕਿੱਥੋਂ ਆਣਾ। ਫਿਰ ਸਾਨੂੰ ਨਾ ਇਨਸਾਨ ਨੂੰ ਫਿਕਰ ਕਰਨ ਦੀ ਲੋੜ ਨਹੀਂ। ਪਰ ਤੁਹਾਡੀ ਕੋਈ ਰਸੀਦ ਬੁੱਕ ਵੀ ਹੈ ਨਹੀਂ ਗਿਆ, ਤੁਸੀਂ ਕਿਸੇ ਤੋਂ ਪੈਸਾ ਵੀ ਨਹੀਂ ਲੈਂਦੇ। ਜਿਹੜਾ ਚੀਫ ਅਕਾਊਂਟੈਂਟ ਹੈ ਉਹਨੇ ਤਨਖਾਹ ਲੈਣੀ ਹੈ ਜੀ ਔਰ ਉਹਨੇ ਚੈੱਕ ਕੱਟੇ ਜਾਣੇ ਆ, ਉਹਨੂੰ ਕੋਈ ਤਕਲੀਫ ਨਹੀਂ ਹੁੰਦੀ। ਉਹ ਲੱਖਾਂ ਕਰੋੜਾਂ ਦੇ ਚੈੱਕ ਕੱਟਦਾ ਹੈ। ਮੈਂ ਵੀ ਰੱਬ ਦਾ ਭੇਜਿਆ ਅਕਾਊਂਟੈਂਟ ਹਾਂ, ਇੱਕ ਪੈਸਾ ਉਹਦਾ ਹੈ ਤੇ ਫਿਰ ਮੈਨੂੰ ਚੈੱਕ ਕੱਟਣ ਦੀ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ, ਨਾ ਹੀ ਹੁੰਦੀ ਹੈ ਮੈਨੂੰ। ਮੇਰੇ ਨਿਗਾਹ ਵਿੱਚ ਨਾ ਮੈਂ ਉਹਨੂੰ ਸਨਮਾਨ ਸਮਝਦਾ, ਆਪਣਾ ਮੈਂ ਅਵਾਰਡ ਉਹਨੂੰ ਸਮਝਦਾ ਜਦੋਂ ਮੈਂ ਕਿਸੇ ਬੱਚੇ ਦੀ ਫਾਂਸੀ ਮਾਫ ਕਰਾ ਕੇ ਨਾ ਤੇ ਕਿਸੇ ਦੀ ਵਾਈਫ ਦਾ ਹਸਬੈਂਡ, ਬੱਚਿਆਂ ਦਾ ਪਿਓ ਜਾਂ ਮਾਂ ਦਾ ਬੇਟਾ ਜਿਸਲੇ ਉਹਨਾਂ ਨੂੰ ਮਿਲਾ ਕੇ ਹੱਥ ਫੜਾਉਂਦਾ ਨਾ ਤੇ ਉਹ ਜਿਸਲੇ ਕਲਾਵੇ 'ਚ ਲੈ ਕੇ ਉਹਦੇ ਆਂਸੂ ਆਉਂਦੇ ਨਾ, ਬਸ ਉਸ ਤੋਂ ਬਾਅਦ ਵੱਡਾ ਅਵਾਰਡ ਮੈਨੂੰ ਨਾ ਕੋਈ ਚਾਹੀਦਾ ਨਾ ਕੋਈ ਹੈਗਾ ਉਸ ਤੋਂ ਵੱਡਾ। ਅੱਜ ਦੀ ਡੇਟ 'ਚ 117 ਬੰਦੇ ਹੈ ਜਿਨ੍ਹਾਂ ਦੀਆਂ ਫਾਂਸੀਆਂ ਮਾਫ ਹੋ ਚੁੱਕੀਆਂ ਨੇ ਔਰ 1000 ਤੋਂ ਉੱਤੇ ਬੰਦਾ ਜਿਹੜਾ ਕਿ ਜੇਲ੍ਹਾਂ 'ਚ ਰੁਲ ਰਿਹਾ ਸੀਗਾ। ਸਵਾਗਤ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਪ੍ਰੋਗਰਾਮ ਪੰਜਾਬੀ ਸਾਥ ਲੈ ਕੇ ਹਾਜ਼ਰ ਹਾਂ। ਮੈਂ ਰਮਨੀਕ ਕੌਰ ਤੇ ਮੇਰੇ ਨਾਲ ਨੇ ਹਮੇਸ਼ਾ ਵਾਂਗ ਚਰਨਜੀਤ ਜੋਗੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਮਨੀਕ ਕੌਰ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ, ਤੁਸੀਂ ਸੁਣਾਓ? ਬਿਲਕੁਲ ਠੀਕ ਠਾਕ ਹੈ ਜੀ। ਦੇਖੋ ਇਹ ਦੁਨੀਆ ਜਿਹੜੀ ਨਾ ਜੀ, ਦੁਨੀਆ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਨੇ ਔਰ ਇਹ ਫੁੱਲਾਂ ਦੀ ਆਪੋ ਆਪਣੀ ਖੁਸ਼ਬੂ ਹੁੰਦੀ ਹੈ। ਤਰ੍ਹਾਂ ਤਰ੍ਹਾਂ ਦੇ ਬੰਦੇ ਨੇ, ਹਰ ਇੱਕ ਬੰਦਾ ਜਿਹੜਾ ਆਪਣੇ ਹਿਸਾਬ ਦੇ ਨਾਲ ਇਸ ਦੁਨੀਆ ਦੇ ਉੱਪਰ ਆਣ ਕੇ ਵਿਚਰਦਾ ਹੈ। ਔਰ ਕਈ ਲੋਕ ਐਸੇ ਹੁੰਦੇ ਨੇ ਕਿ ਜਿਨ੍ਹਾਂ ਦੀ ਸ਼ਖਸੀਅਤ ਗੁਲਾਬ ਦੇ ਫੁੱਲਾਂ ਵਾਂਗੂ ਮਹਿਕਦੀ ਹੁੰਦੀ ਹੈ। ਬਿਲਕੁਲ ਜੀ। ਉਹ ਜਿੱਥੇ ਵੀ ਜਾਂਦੇ ਨੇ ਆਪਣਾ ਅਸਰ ਛੱਡ ਦਿੰਦੇ ਨੇ ਔਰ ਉਹ ਲੋਕਾਂ ਦੀ ਸ਼੍ਰੇਣੀ ਦੇ ਵਿੱਚੋਂ ਇੱਕ ਨਾਮ ਜਦੋਂ ਮੈਂ ਲਵਾਂ ਤੇ ਸੱਚਮੁੱਚ ਲੋਕਾਂ ਦੀ ਅੱਖਾਂ ਦੇ ਵਿੱਚੋਂ ਚਿਹਰਾ ਆ ਜਾਣਾ। ਉਹ ਚਿਹਰਾ ਸਾਡੇ ਪੰਜਾਬ ਦੀ ਬਹੁਤ ਹੀ ਵੱਡੀ ਮਾਣਮੱਤੀ ਸ਼ਖਸੀਅਤ ਸਰਦਾਰ SPS ਓਬਰਾਏ ਹੋਣਾ ਦਾ, ਜਿਨ੍ਹਾਂ ਨੇ ਸੇਵਾ ਦੇ ਖੇਤਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੰਮ ਕੀਤੇ ਨੇ। ਦੇਖੋ ਆਪਣਾ ਕਾਰੋਬਾਰ ਵੱਡਾ ਹੈਗਾ, ਸਾਰਾ ਕੁਝ ਪੂਰੀ ਤਰ੍ਹਾਂ ਦੇ ਨਾਲ ਪ੍ਰਮਾਤਮਾ ਨੇ ਉਹਨੂੰ ਸਮਰੱਥ ਬਣਾਇਆ, ਪਰ ਫਿਰ ਵੀ ਲੋਕਾਂ ਦੀ ਸੇਵਾ ਦੇ ਵਿੱਚ ਉਹ ਦਿਨ ਰਾਤ ਲੱਗੇ ਰਹਿੰਦੇ ਨੇ। ਤੇ ਅੱਜ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਨਾਲ ਪੰਜਾਬੀ ਨੈਸ਼ਨਲ ਟੀਵੀ ਦੇ ਇਸ ਪ੍ਰੋਗਰਾਮ ਪੰਜਾਬੀ ਸੱਥ ਵਿੱਚ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਓਬਰਾਏ ਸਾਹਿਬ ਤੁਹਾਡਾ ਸਾਡੇ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਸਾਰੇ ਦਰਸ਼ਕਾਂ ਨੂੰ ਜੋ ਦੇਖ ਰਹੇ ਇਸ ਲਈ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਓਬਰਾਏ ਸਾਹਿਬ, ਆਮ ਤੌਰ ਤੇ ਜਦੋਂ ਵੀ ਕੋਈ ਜਾਂਦਾ ਹੈ ਦੇਸ਼ੋਂ ਪਰਦੇਸ ਤਾਂ ਉਸ ਵੇਲੇ ਉਹਦਾ ਸੁਪਨਾ ਹੁੰਦਾ ਹੈ ਕਿ ਮੈਂ ਉੱਥੇ ਜਾ ਕੇ ਕਮਾਉਣਾ ਹੈ। ਜੇ ਫਲਾਣੇ ਦੀ ਕੋਠੀ ਵੱਡੀ ਹੈ ਮੇਰੇ ਰਿਸ਼ਤੇਦਾਰ ਦੀ ਤੇ ਮੇਰੀ ਉਸ ਤੋਂ ਵੱਡੀ ਹੋਣੀ ਚਾਹੀਦੀ ਹੈ, ਮੇਰੇ ਕੋਲ ਉਸ ਤੋਂ ਵੱਡੀ ਗੱਡੀ ਹੋਣੀ ਚਾਹੀਦੀ ਹੈ। ਸੁਪਨਾ ਹੁੰਦਾ ਹੈ ਕਿ ਆਪਣੀਆਂ ਪੀੜ੍ਹੀਆਂ ਵੀ, ਮੇਰੀਆਂ ਪੁਸ਼ਤਾਂ ਵੀ ਬੈਠ ਕੇ ਖਾਣ, ਇੰਨਾ ਮੈਂ ਕਮਾਵਾਂ। ਤੁਸੀਂ ਵੀ ਗਏ ਸੀ, ਇੱਕ ਸੁਪਨਾ ਲੈ ਕੇ ਗਏ ਸੀ, ਪਰ ਅਚਾਨਕ ਤੋਂ ਸਰਬੱਤ ਦੇ ਭਲੇ ਦੇ ਵੱਲ ਕਿਵੇਂ ਮੁੜੇ? ਰਮਨੀਕ ਜੀ, ਇਸ ਤਰ੍ਹਾਂ ਹੈ ਕਿ ਹਰ ਬੰਦੇ ਦਾ ਸੁਪਨਾ ਹੁੰਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਜੀ, ਮੈਂ ਵੀ ਬਚਪਨ ਵਿੱਚ ਜਿਸਲੇ ਦੇਖਦਾ ਸੀ, ਕਿਉਂਕਿ ਮੈਂ ਬਹੁਤ ਮਿਡਲ ਕਲਾਸ ਫੈਮਿਲੀ 'ਚੋਂ ਹਾਂ। ਮੇਰੇ ਫਾਦਰ ਸਾਹਿਬ ਵੀ ਡੈਮ 'ਤੇ ਜੋਬ ਕਰਦੇ ਸੀ ਜੀ, ਅਤੇ ਜਦੋਂ ਕਿ ਮੈਂ ਵੀ ਜਿਹੜੀ ਆਪਣੀ ਕੈਰੀਅਰ ਮੇਰਾ ਸਟਾਰਟ ਕੀਤਾ ਅਤੇ 392 ਰੁਪਏ ਦੀ ਇੱਕ ਡੀਜ਼ਲ ਮਕੈਨਿਕ ਤੋਂ ਮੈਂ ਆਪਣੀ ਜੋਬ ਸਟਾਰਟ ਕਰਕੇ ਉੱਥੋਂ ਸਟਾਰਟ ਕੀਤਾ 1974 ਦੇ ਵਿੱਚ। ਤੇ ਉਦੋਂ ਸੁਪਨੇ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਸੁਪਨੇ ਸੀਗੇ ਕਿ ਸਾਡੀਆਂ ਕੋਠੀਆਂ ਵੀ ਹੋਣ, ਅੱਛੀਆਂ ਗੱਡੀਆਂ ਹੋਣ ਤੇ ਅੱਛਾ ਹੋਵੇ। ਔਰ ਜਿਉਂ-ਜਿਉਂ ਮੈਂ ਵਿਚਰਦਾ ਰਿਹਾ, ਮਿਹਨਤ ਕੀਤੀ, ਲਗਨ ਸੀ, ਇੱਕ ਦ੍ਰਿੜ ਇਰਾਦੇ ਨਾਲ ਲੱਗਿਆ। ਮੈਂ ਬਿਜ਼ਨਸ ਵੀ ਖੋਲ੍ਹੇ, ਅੱਛੇ ਬਿਜ਼ਨਸ ਚੱਲੇ। ਫਿਰ ਦੁਬਈ ਚਲੇ ਗਏ, ਦੁਬਈ ਜਾ ਕੇ ਕੰਪਨੀ ਇੱਕ ਖੋਲ੍ਹੀ, ਫਿਰ 2, ਫਿਰ 3, 4, ਇਸ ਤਰ੍ਹਾਂ 5-7 ਕੰਪਨੀਆਂ ਖੋਲ੍ਹ ਦਿੱਤੀਆਂ। ਹੋਟਲ ਬਣਾ ਲਿਆ ਤੇ ਬੜਾ ਅੱਛਾ 4 ਸਟਾਰ ਹੋਟਲ ਬਣਾ ਲਿਆ। ਉਸ ਤੋਂ ਬਾਅਦ ਪ੍ਰੋਪਰਟੀ 'ਚ ਜਾ ਗਏ, ਸਾਰਾ ਕੁਝ, ਇਹ ਸਭ ਕੁਝ ਕੀਤਾ। ਇਹ ਸਾਰਾ 55 ਸਾਲ ਦੀ ਉਮਰ ਤੱਕ ਹੋਇਆ। ਇੰਨਾ ਕਮਾਉਣ ਦੇ ਬਾਅਦ ਫਿਰ ਇੱਕ ਦਿਨ ਦਿਮਾਗ 'ਚ ਜਦੋਂ ਆਈ ਮੇਰੇ ਵੀ ਬੜਾ ਕਮਾ ਲਿਆ, ਹੁਣ ਅਸੀਂ ਬਸ ਕਰੀਏ ਇੱਥੇ। ਵੈਸੇ ਤਾਂ ਰੱਜ ਆਉਂਦਾ ਨਹੀਂ ਕਿਸੇ ਨੂੰ ਵੀ, ਬਸ ਹੁੰਦੀ ਨਹੀਂ ਹੁੰਦੀ ਕਦੀ ਵੀ। ਔਰ ਉਹਨਾਂ ਦਿਨਾਂ 'ਚ ਇੱਕ ਫਿਰ ਨਿਊਜ਼ ਆ ਗਈ ਜਿਹੜੀ ਹੈਡ ਨਿਊਜ਼ ਸੀ ਪੂਰੇ ਵਰਲਡ 'ਤੇ ਸੀਗੀ, ਪੇਪਰਾਂ ਦੇ ਵਿੱਚ, ਟੀਵੀਆਂ 'ਤੇ, ਸਭ ਪਾਸੇ ਚੈਨਲਾਂ 'ਤੇ, ਕਿ 17 ਭਾਰਤੀਆਂ ਨੂੰ ਇੱਕ ਪਾਕਿਸਤਾਨੀ ਨਾਗਰਿਕ ਮਿਸ਼ਰੀ ਖਾਨ ਦੇ ਕਤਲ ਦੇ ਕੇਸ ਵਿੱਚ ਫਾਂਸੀ ਸਜ਼ਾ ਸੁਣਾ ਦਿੱਤੀ ਗਈ। ਸਾਰਿਆਂ ਨੇ ਪੜ੍ਹੀ ਨਿਊਜ਼ ਇਹ? ਅੱਛਾ, ਸਾਰਿਆਂ ਨੇ ਨਿਊਜ਼ ਪੜ੍ਹੀ, ਪਰ SP ਸਿੰਘ ਓਬਰਾਏ ਹੋਣਾ ਦੇ ਦਿਲ ਦੇ ਉੱਪਰ ਇਹ ਕਿਉਂ ਏਡੀ ਡੂੰਘੀ ਛਾਪ ਛੱਡ ਗਈ?
ਦੇਖੋ ਇਹ ਸਿਰਫ ਨਾ ਮੈਂ ਰੱਬ ਨੂੰ ਮੰਨਦਾ, ਇਹ ਸਾਰਾ ਉਹਦਾ ਹੀ ਸੀਗਾ ਕੰਮ ਜੀ ਕਿ ਜਦੋਂ ਕਿਸੇ ਦਾ ਮਨ ਚੇਂਜ ਕਰਨਾ ਹੋਵੇ, ਸਟਾਈਲ ਚੇਂਜ ਕਰਨਾ ਹੋਵੇ ਨਾ, ਤੇ ਇਹ ਉਹ ਤੋਂ ਬਗੈਰ ਨਹੀਂ ਉਹ ਹੁੰਦਾ, ਆਪ ਇਸ਼ਾਰਾ ਦਿੰਦਾ ਹੈ। ਆਪ ਕਰਦਾ ਹੈ। ਉਦੋਂ ਵੀ ਉਹਨੇ ਕੁਝ ਇਹੋ ਜਿਹੀ ਮੇਰੇ ਅੰਦਰ ਸ਼ਕਤੀ ਭਰ ਦਿੱਤੀ ਕਿ ਉਸ ਮੁਲਕ ਵਿੱਚ ਰਹਿ ਕੇ ਜਿੱਥੇ ਕਾਨੂੰਨ ਬੜੇ ਸਖਤ ਹੈ, ਕੋਈ ਕਿਸੇ ਪਿੱਛੇ ਨਹੀਂ ਜਾਂਦਾ। ਇਹ ਜਿਹੜੇ 17 ਬੰਦੇ ਸੀ, ਇਹਨਾਂ ਦੇ ਸਕੇ ਭਰਾ ਉੱਥੇ ਸੀ, 5-6 ਬੰਦਿਆਂ ਦੇ, ਇਹਦੇ ਫਾਦਰ ਉੱਥੇ ਸੀ, ਕੋਈ ਉਹਨਾਂ ਵਿੱਚੋਂ ਉਹਨਾਂ ਨੂੰ ਅੱਜ ਤੱਕ ਜੇਲ੍ਹ 'ਚ ਮਿਲਣ ਤੱਕ ਨਹੀਂ ਗਿਆ। ਜੀ ਲੇਕਿਨ ਮੇਰੇ ਮਨ 'ਚ ਪਤਾ ਨਹੀਂ ਕਿਉਂ ਉਸ ਲਈ ਆਇਆ। ਮੈਂ ਮੇਰੀ ਮੈਨੇਜਰ ਲੜਕੀ ਨੂੰ ਮੈਂ ਕਿਹਾ, ਕਹਿੰਦੀ ਸਰ ਕੀ ਗੱਲ ਬੜੇ ਪਰੇਸ਼ਾਨ ਹੋ? ਮੈਂ ਕਿਹਾ ਜੀ ਪਰੇਸ਼ਾਨੀ ਦੀ ਕੋਈ ਗੱਲ ਨਹੀਂ ਹੈ, ਮੈਂ ਇਹ ਸੋਚ ਰਿਹਾ ਕਿ ਇਹ ਕਤਲ ਇੱਕ ਹੋਇਆ ਤੇ 17 ਬੰਦਿਆਂ ਨੂੰ ਫਾਂਸੀ ਸਜ਼ਾ ਦੇ ਦਿੱਤੀ ਗਈ ਹੈ। ਮੈਂ ਕਿਹਾ ਮੈਨੂੰ ਕੋਈ ਜੱਚ ਨਹੀਂ ਰਹੀ ਗੱਲ ਇਹ। ਫਿਰ ਮੇਰੇ ਕੰਟੈਕਟ ਸੀਗੇ, ਮੈਂ ਸਪੈਸ਼ਲ ਅਪਰੂਵਲ ਲੈ ਕੇ ਇਹਨਾਂ ਬੱਚਿਆਂ ਨੂੰ ਮਿਲਣ ਗਿਆ, ਮਿਲਿਆ, ਚਲੋ 3 ਸਾਲ ਕੇਸ ਲੜਿਆ, ਬਲੱਡ ਮਨੀ ਵੀ ਦਿੱਤੀ ਗਈ ਸਾਰੀ, ਔਰ ਸਾਰਿਆਂ ਦੀ ਫਾਂਸੀਆਂ ਮਾਫ ਕਰਾ ਕੇ ਐਸਪੀ ਓਬਰਾਏ ਜੀ, ਕਦੇ ਸਿਸਟਮ ਤੋਂ ਆਮ ਤੌਰ ਤੇ ਅਸੀਂ ਭਾਰਤ ਦੀ ਵੀ ਗੱਲ ਕਰੀਏ ਤੇ ਕਹਿੰਦੇ ਨੇ ਸਰਕਾਰ ਨਾਲ ਲੜਨਾ, ਸਿਸਟਮ ਨਾਲ ਲੜਨਾ ਬੜਾ ਔਖਾ ਹੁੰਦਾ ਹੈ। ਤੁਸੀਂ ਬਗਾਨੇ ਮੁਲਕ ਦੇ ਵਿੱਚ ਸਿਸਟਮ ਦੇ ਨਾਲ ਆਡਾ ਲਿਆ, ਡਰ ਨਹੀਂ ਲੱਗਾ? ਨਹੀਂ, ਡਰ ਇਸ ਤਰ੍ਹਾਂ ਮੈਂ ਦੱਸਿਆ ਨਾ, ਜਦੋਂ ਉਹਦੀ ਕਿਰਪਾ ਹੋਵੇ ਨਾ ਤੇ ਫਿਰ ਬੰਦੇ ਦੇ ਅੰਦਰ ਜਨੂਨ ਪੈਦਾ ਹੋ ਜਾਂਦਾ ਕਿ ਨਹੀਂ ਇਹ ਕੰਮ ਮੈਂ ਕਰਨਾ ਤੇ ਕਰਨਾ। ਦੂਸਰਾ ਮੈਨੂੰ ਇਹ ਨਹੀਂ ਸੀ ਜੱਚ ਰਿਹਾ ਕਿ ਕਿਸ ਤਰ੍ਹਾਂ ਫਾਂਸੀ ਦਿੱਤੀ ਜਾਏਗੀ 17 ਬੰਦਿਆਂ ਨੂੰ। ਜੀ ਫਿਰ ਮੈਂ ਮਿਲਣ ਗਿਆ, ਸਭ ਕੁਝ ਕਰਕੇ ਚਲੋ ਫਾਂਸੀਆਂ ਮਾਫ ਹੋ ਗਿਆ। ਉੱਥੋਂ ਜਿਹੜੀ ਸੀ ਇਹ ਚੇਂਜ ਫਿਰ ਸ਼ੁਰੂ ਹੋਈ, ਕੋਣੀ ਮੋੜ ਹੋ ਗਿਆ ਜ਼ਿੰਦਗੀ ਦਾ। ਉੱਥੋਂ ਇਹੋ ਜਿਹਾ ਮੋੜ ਸ਼ੁਰੂ ਹੋਇਆ ਕਿ ਮੈਂ ਫਿਰ ਇਹਨਾਂ ਦੇ ਘਰਾਂ 'ਚ ਗਿਆ, 17 ਬੰਦਿਆਂ ਦੇ ਪਿੰਡਾਂ 'ਚ ਗਿਆ ਮੈਂ। ਸਿਰਫ ਮੇਰਾ ਇਹ ਸੀ ਕਿ ਮੈਂ ਦੇਖਾਂ ਕਿੰਨੇ ਕੁ ਇਹਨਾਂ ਨੇ, ਦੇਖੋ ਹੈ ਤੇ 2 ਨੰਬਰ ਦਾ ਕੰਮ ਕਰਦੇ, ਸਾਰੇ ਇਲੀਗਲ ਸੀ। ਮੈਂ ਕਿਹਾ ਦੇਖਾਂ ਕਿੰਨੇ ਕੁ ਇਹਨਾਂ ਨੇ ਮਹਿਲ ਖੜੇ ਕੀਤੇ ਘਰਾਂ ਵਿੱਚ। ਵੀ ਕੀ ਹਾਲਾਤ ਕੀ ਨੇ? ਸਾਰੇ ਹਾਲਾਤ ਇਹੋ ਜਿਹੇ ਸੀ ਕਿ ਕੱਚੇ ਕੋਠੇ ਉਹਨਾਂ ਦੇ, ਕਿਸੇ ਨੇ ਖੇਤ ਗਿਰਵੀ ਰੱਖਿਆ ਸੀ, ਕਿਸੇ ਨੇ ਬੈਂਕ ਤੋਂ ਲੋਨ ਲਿਆ ਸੀ ਇਹਨਾਂ ਨੇ, ਕਿਸੇ ਨੇ ਉੱਦਾਂ ਲੋਨ ਫੜ ਕੇ ਤੇ ਬੱਚੇ ਬਾਹਰ ਭੇਜੇ ਸੀ ਵੀ ਘਰ ਦੇ ਹਾਲਾਤ ਸੁਧਰ ਜਾਣਗੇ। ਉੱਥੇ ਜਾ ਕੇ ਬੱਚੇ ਗਲਤ ਕੰਮਾਂ 'ਚ ਪੈ ਗਏ ਤੇ ਆਹ ਕੁਛ ਦੇਖਣਾ ਪਿਆ। ਜਦੋਂ ਮੈਂ ਪਿੰਡਾਂ 'ਚ ਵੜਿਆ ਨਾ, ਤੇ ਪਿੰਡਾਂ 'ਚ ਵੜ ਕੇ ਮੈਨੂੰ ਹੋਰ ਬੜਾ ਕੁਛ ਦੇਖਣ ਨੂੰ ਮਿਲਿਆ। ਉਦੋਂ ਮਹਿਸੂਸ ਹੋਇਆ ਕਿ ਯਾਰ ਅਸੀਂ ਤਾਂ ਆਪਣਾ ਕਮਾ ਕੇ ਅਸੀਂ ਇੰਜੋਏ ਕਰ ਰਹੇ ਹਾਂ, ਅੱਛੇ ਘਰਾਂ 'ਚ ਰਹਿ ਰਹੇ ਹਾਂ, ਅੱਛੀਆਂ ਗੱਡੀਆਂ, ਅੱਛੇ ਹੋਟਲ, ਸਭ ਕੁਝ ਚੱਲ ਰਿਹਾ, ਲੇਕਿਨ ਇੱਥੇ ਦੇ ਹਾਲਾਤ ਦੇਖਣ ਵਾਲੇ ਪੰਜਾਬ ਦੇ। ਉਦੋਂ ਬਜ਼ੁਰਗ ਸੀ ਜਿਹੜੇ, ਉਹ ਅੱਖਾਂ ਦੇ ਆਪਰੇਸ਼ਨ ਨਹੀਂ ਸੀ ਕਰਾ ਰਹੇ, ਉਹਨਾਂ ਦੀ ਨਿਗਾਹ ਜਾ ਰਹੀ ਸੀ। ਜਿਹੜੇ ਬੰਦੇ ਡਾਇਲਿਸਿਸ ਕਰਾਉਂਦੇ, ਕਿਡਨੀ ਪੇਸ਼ੈਂਟ, ਉਹ ਡਾਇਲਿਸਿਸ ਨਹੀਂ ਸੀ ਕਰਾ ਪਾ ਰਹੇ। ਕੋਈ ਬੰਦਾ ਟੈਸਟ ਨਹੀਂ ਸੀ ਕਰਾਉਂਦਾ, ਇੱਕਦਮ ਖਬਰ ਆ ਜਾਂਦੀ ਸੀ ਜੀ ਇਹਨੂੰ ਹਾਰਟ ਅਟੈਕ ਹੋ ਗਿਆ ਜੀ, ਇਹਨੂੰ ਬਲੱਡ ਕੈਂਸਰ ਹੈ ਜੀ, ਇਹਦੀ ਕਿਡਨੀ ਫੇਲ ਹੋ ਗਈ। ਤੇ ਉਹ ਰੀਜ਼ਨ ਤੇ ਸੀ ਕਿ ਟੈਸਟ ਹੀ ਕੋਈ ਨਹੀਂ ਸੀ ਕਰਾਉਂਦਾ, ਟੈਸਟ ਇੰਨੇ ਮਹਿੰਗੇ ਹੋ ਚੁੱਕੇ ਸੀ। ਇਹਨਾਂ ਚੀਜ਼ਾਂ ਨੂੰ ਦੇਖਦਿਆਂ ਫਿਰ ਅਸੀਂ ਬੱਚੀਆਂ ਵੱਲ ਦੇਖਿਆ, ਤੇ ਜਿਹੜੀਆਂ 8ਵੀਂ 9ਵੀਂ 10ਵੀਂ ਬੱਚੀਆਂ ਪੜ੍ਹ ਕੇ ਘਰਾਂ 'ਚ ਬੈਠੀਆਂ, ਬੇਟਾ ਕੀ ਤੁਸੀਂ ਕਰ ਰਹੇ ਹੋ? ਕਹਿੰਦੇ ਅੰਕਲ ਕੁਛ ਨਹੀਂ ਕਰ ਰਹੇ, ਜਦੋਂ ਵੱਡੇ ਹੋਵਾਂਗੇ ਸ਼ਾਦੀ ਹੋ ਜਾਏਗੀ ਤੇ ਆਪਣੇ ਘਰ ਤੁਰ ਜਾਵਾਂਗੇ। ਪੜ੍ਹੇ ਲਿਖੇ ਬੰਦੇ ਡਿਪਰੈਸ਼ਨ 'ਚ ਜਾਣਾ ਸ਼ੁਰੂ ਹੋ ਗਏ ਸੀ। ਉਹਨਾਂ ਦਿਨਾਂ ਦੀ ਗੱਲ ਕਰ ਰਿਹਾ, ਬੜਾ ਜ਼ੋਰ ਸੀ ਉਹਨਾਂ ਦਿਨਾਂ ਦੇ ਵਿੱਚ, ਡਿਪਰੈਸ਼ਨ 'ਚ ਲੋਕ ਜਾ ਰਹੇ ਸੀਗੇ। ਫਿਰ ਉਹ ਉਸ ਦਿਨ ਤੇ ਇਹੋ ਜਿਹਾ ਇੱਕ ਟਾਈਮ ਸੀ ਕਿ ਇੰਨਾ ਮੋੜ ਪਿਆ ਕਿ ਦੁਬਾਰਾ ਮੈਂ ਬਿਜ਼ਨਸ ਵੱਲ ਗਿਆ ਹੀ ਨਹੀਂ। ਅੱਛਾ ਮੈਂ ਟੋਟਲ ਬਿਜ਼ਨਸ 'ਚੋਂ ਇੱਕਦਮ ਪਿੱਛੇ ਹੋਟਲ ਵੀ ਵੇਚਤਾ ਮੈਂ, ਤੇ ਬਾਕੀ ਬਿਜ਼ਨਸ ਵੀ ਮੈਂ ਖਿਆਲ ਨਹੀਂ ਕੀਤਾ ਜ਼ਿਆਦਾ, ਤੇ ਮੇਰਾ ਇੱਧਰ ਹੋ ਗਿਆ। ਫਿਰ 2012 ਦੇ ਵਿੱਚ ਮੈਂ 26 ਅਗਸਤ 2012 ਨੂੰ ਫਿਰ ਇੱਕ ਟਰਸਟ ਬਣਾਇਆ। ਮੈਂ ਕਿਹਾ ਵੀ ਇਹ ਜਿਹੜੇ ਸਾਰੇ ਜੇ ਅਗਰ ਕੰਮ ਕਰਨੇ ਨੇ, ਅਸੀਂ ਮੈਡੀਕਲ 'ਚ ਵੀ ਆਉਣਾ ਹੈ, ਐਜੂਕੇਸ਼ਨ 'ਚ ਵੀ ਆਉਣਾ ਹੈ, ਤੇ ਫਿਰ ਮੈਂ ਕਿਹਾ ਸਾਨੂੰ ਟਰਸਟ ਬਣਾਉਣਾ ਪਿਆ। ਅੱਛਾ, ਜਿਹੜਾ ਤੁਸੀਂ ਸਰਬੱਤ ਦਾ ਭਲਾ ਟਰਸਟ ਬਣਾਇਆ, ਔਰ ਤੁਸੀਂ ਜਿਵੇਂ ਕਿਹਾ ਕਿ ਆਪਣੇ ਆਪ ਨੂੰ ਵਪਾਰ ਤੋਂ ਵੀ ਅਲੱਗ ਕਰ ਲਿਆ, ਹੋਟਲ ਵੀ ਦੇ ਦਿੱਤਾ ਹੈ, ਤੇ ਕਿਉਂਕਿ ਇਹ ਟਰਸਟ, ਇਹ ਜਿਹੜੀ ਸੇਵਾ ਆ, ਇਹ ਸੇਵਾ ਤੇ ਬਹੁਤ ਵੱਡੀ ਮਾਇਆ ਲੱਗਦੀ ਹੈ। ਉਹ ਮਾਇਆ ਫਿਰ ਕਿੱਥੋਂ ਆਉਂਦੀ ਹੈ, ਕੀ ਹੁੰਦਾ ਆ? ਕਿਉਂਕਿ ਮਾਇਆ ਤੋਂ ਬਿਨਾਂ ਤਾਂ ਕੋਈ ਵੀ ਕਾਰਜ ਨਹੀਂ, ਕਿਉਂਕਿ ਤੁਸੀਂ ਤੇ ਹਰ ਫੀਲਡ ਦੇ ਵਿੱਚ, ਹਰ ਖੇਤਰ ਦੇ ਵਿੱਚ ਅੱਗੇ ਹੋ ਕੇ ਸੇਵਾ ਕਰਦੇ ਹੋ, ਔਰ ਬਲੱਡ ਮਨੀ ਵੀ ਤੁਸੀਂ ਲੱਖਾਂ ਦੇ ਵਿੱਚ ਦਿੱਤੀ, ਕਰੋੜਾਂ ਦੇ ਵਿੱਚ ਦਿੱਤੀ ਹੋਈ ਹੈ। ਦੇਖੋ, ਜਦੋਂ ਦੱਸ ਕੇ ਹਟਿਆ ਮੈਂ ਕਿ ਅਗਰ ਰੱਬ ਨੇ ਡਿਊਟੀ ਲਾਈ ਹੈ ਨਾ ਜੀ, ਤੇ ਫਿਰ ਉਹਨੂੰ ਫਿਕਰ ਹੈ ਕਿ ਪੈਸਾ ਕਿੱਥੋਂ ਆਉਣਾ। ਫਿਰ ਸਾਨੂੰ ਨਾ ਇਨਸਾਨ ਨੂੰ ਫਿਕਰ ਕਰਨ ਦੀ ਲੋੜ ਨਹੀਂ। ਪਰ ਤੁਹਾਡੀਆਂ ਕੋਈ ਰਸੀਦ ਬੁੱਕ ਵੀ ਹੈ ਨਹੀਂ ਗਿਆ, ਤੁਸੀਂ ਕਿਸੇ ਤੋਂ ਪੈਸਾ ਵੀ ਨਹੀਂ ਲੈਂਦੇ। ਮੈਂ ਤਾਂ ਦੱਸਿਆ ਨਾ ਜੀ, ਇੱਕੋ ਹੀ ਬੜਾ ਹੈ। ਉਹ ਕਹਿੰਦੇ ਨਾ ਵੀ ਖੀਸਾ ਉਹਦਾ ਤੇ ਵੰਡੀ ਜਾਓ, ਉਹ ਹਿਸਾਬ ਹੈ। ਔਰ ਮੈਂ ਆਪਣੇ ਆਪ ਨੂੰ ਇੱਕ, ਜਿੱਦਾਂ ਮੇਰਾ ਇੰਨੀਆਂ ਕੰਪਨੀਆਂ ਚੱਲਦੀਆਂ ਨਾ, ਤੇ ਸਾਡੇ ਕੀ ਹੁੰਦਾ ਕਿ ਜਿੱਦਾਂ ਸਾਡਾ ਅਕਾਊਂਟਸ ਡਿਪਾਰਟਮੈਂਟ ਹੈ, ਹੁਣ ਜਿਹੜਾ ਚੀਫ ਅਕਾਊਂਟੈਂਟ ਹੈ ਉਹਨੇ ਤਨਖਾਹ ਲੈਣੀ ਹੈ ਜੀ, ਔਰ ਉਹਨੇ ਚੈੱਕ ਕੱਟੀ ਜਾਣੇ ਆ, ਉਹਨੂੰ ਕੋਈ ਤਕਲੀਫ ਨਹੀਂ ਹੁੰਦੀ। ਉਹ ਲੱਖਾਂ ਕਰੋੜਾਂ ਦੇ ਚੈੱਕ ਕੱਟਦਾ, ਪੇਮੈਂਟਾਂ ਕਰੀ ਜਾਂਦਾ ਨਾ ਜੀ। ਉਹੀ ਹਿਸਾਬ ਮੈਂ ਆਪਣੇ 'ਤੇ ਲੈਂਦਾ ਕਿ ਮੈਂ ਵੀ ਰੱਬ ਦਾ ਭੇਜਿਆ ਅਕਾਊਂਟੈਂਟ ਹਾਂ, ਇੱਕ ਪੈਸਾ ਉਹਦਾ ਹੈ, ਤੇ ਫਿਰ ਮੈਨੂੰ ਚੈੱਕ ਕੱਟਣ ਦੀ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ, ਨਾ ਹੀ ਹੁੰਦੀ ਹੈ ਮੈਨੂੰ। ਸੋ ਬਿਲਕੁਲ ਅਸੀਂ ਕੋਈ ਰਸੀਦ ਬੁੱਕ ਸਾਡੀ ਨਹੀਂ ਹੈ। ਪੂਰੇ ਵਰਲਡ 'ਚੋਂ ਅਸੀਂ ਅੱਜ ਤੱਕ 1 ਰੁਪਇਆ ਕਿਤੋਂ ਡੋਨੇਸ਼ਨ ਨਹੀਂ ਲਈ ਕਿਸੇ ਤੋਂ ਵੀ। ਜਿੰਨੇ ਸਾਡੇ ਮੈਂਬਰ ਨੇ ਸੇਵਾ ਕਰ ਰਹੇ ਨੇ, ਨਾ ਉਹ ਤਨਖਾਹ ਲੈਂਦੇ ਨੇ ਤੇ ਨਾ ਹੀ ਕੋਈ ਫੰਡ ਦਿੰਦੇ ਨੇ ਉਹ। ਸੋ ਬੜਾ ਅੱਛਾ ਕੰਮ ਚੱਲ ਰਿਹਾ, ਲਗਾਤਾਰ ਵੱਡਾ ਹੁੰਦਾ ਗਿਆ ਹੈ, ਔਰ ਇਹ ਸੇਵਾ ਦਾ ਭਾਵ ਜਿਹੜਾ ਤੁਹਾਡੇ 'ਚ ਜਾਗਿਆ ਅੱਜ ਵੀ ਚਿਣਕ ਉਸੇ ਤਰ੍ਹਾਂ ਹੀ ਜਾਰੀ ਹੈ। ਪਰ ਤੁਸੀਂ ਬਹੁਤ ਸਾਰੇ ਕਾਰਜ ਇਹੋ ਜਿਹੇ ਕੀਤੇ ਨੇ, ਭਾਵੇਂ ਕਰੋਨਾ ਕਾਲ ਹੋਵੇ, ਭਾਵੇਂ ਕਿਸਾਨੀ ਅੰਦੋਲਨ ਹੋਵੇ,
ਭਾਵੇਂ ਅੱਜ ਦੇ ਮਾਹੌਲ ਦੇ ਵਿੱਚ ਹੀ ਪਿੰਡਾਂ ਦੇ ਵਿੱਚ ਵੀ ਲੈਬੋਰਟਰੀਆਂ ਖੁਲਵਾਉਣੀਆਂ ਹੋਣ, ਸਿਹਤ ਸੇਵਾਵਾਂ ਦੇਣੀਆਂ ਹੋਣ, ਸਿੱਖਿਆ ਦੇ ਖੇਤਰ 'ਚ ਕੰਮ ਕਰਨਾ ਹੋਵੇ, ਇਹ ਸਭ ਕਿਵੇਂ ਚੱਲ ਰਿਹਾ ਹੈ? ਬਹੁਤ ਅੱਛਾ ਚੱਲ ਰਿਹਾ। ਦੇਖੋ ਜਿਸਲੇ ਸਟਾਰਟ ਕੀਤਾ ਸੀ ਤਾਂ ਕੁਝ ਵੀ ਨਹੀਂ ਸੀ, ਅਸੀਂ ਸਿਰਫ 4-5 ਬੰਦੇ ਸੀ ਜਿਨ੍ਹਾਂ ਨੇ ਸਟਾਰਟ ਕੀਤਾ ਸੀ। ਅੱਜ ਤੁਹਾਡੇ 88 ਆਫਿਸ ਨੇ ਸਾਡੇ, ਔਰ 1500 ਦੇ ਕਰੀਬ ਸਾਡੇ ਜਿਹੜੇ ਨੇ ਮੈਂਬਰ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਔਰ ਉਹ ਸਾਰੇ 30 ਆਫਿਸ ਸਾਡੇ ਪੰਜਾਬ 'ਚ ਹੀ ਇਕੱਲੇ 'ਚ ਹੀ। ਤੇ ਸਾਰੇ ਮੈਂਬਰ ਜਿਹੜੇ ਬਿਲਕੁਲ ਫ੍ਰੀ ਸੇਵਾ ਕਰ ਰਹੇ ਨੇ, ਅੱਛੇ ਬਿਜ਼ਨਸਮੈਨ ਨੇ, ਲੇਕਿਨ ਇਹ ਕਿ ਸੇਵਾ 'ਚ ਲੱਗੇ ਹੋਏ ਨੇ। ਸਿਰਫ ਸਾਡਾ 450 ਬੰਦਾ ਇਹੋ ਜਿਹਾ ਜਿਹੜਾ ਸੈਲਰੀ ਪੇਡ ਹੈ। ਉਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੁਣ ਲੈਬੋਰਟਰੀਜ਼ ਹੋ ਗਈਆਂ, ਜੋ ਸਾਡੇ ਜਿੱਦਾਂ ਹੁਣ ਸਕਿੱਲਡ ਮੈਂ ਦੱਸਿਆ ਨਾ, ਪਿੰਡਾਂ 'ਚ ਗਿਆ ਸੀ, ਲੜਕੀਆਂ ਮਿਲਣੀਆਂ ਸੀ, ਲੜਕੇ ਸੀ, ਅਸੀਂ ਉਹ ਸਾਰਿਆਂ ਨੂੰ ਲੈ ਕੇ ਹਰ ਪਿੰਡ ਦੇ ਵਿੱਚ ਅਸੀਂ ਜਾਂ ਹਰ ਸ਼ਹਿਰ 'ਚ ਅਸੀਂ ਕੰਪਿਊਟਰ ਸੈਂਟਰ, ਸਿਲਾਈ ਸੈਂਟਰ ਇਹ ਖੋਲ੍ਹਣੇ ਸ਼ੁਰੂ ਕੀਤੇ, ਜਿਹੜਾ ਸਕਿੱਲ ਡਿਵੈਲਪਮੈਂਟ 'ਤੇ ਹੀ ਜ਼ੋਰ ਦਿੱਤਾ ਕਿ ਇਹਨਾਂ ਬੱਚਿਆਂ ਨੂੰ ਅਸੀਂ 6-6 ਮਹੀਨੇ ਦੇ ਕੋਰਸਿਸ ਕਰਾ ਕੇ ਇਹਨਾਂ ਨੂੰ ਪੈਰਾਂ 'ਤੇ ਖੜਿਆ ਕਰੀਏ। ਔਰ ਕਈ ਹਜ਼ਾਰਾਂ ਬੱਚੇ ਜਿਹੜੇ ਅਸੀਂ ਖੜੇ ਕਰ ਚੁੱਕੇ ਹਾਂ, ਉਦੋਂ ਸਾਡੇ ਸੈਂਟਰ ਚੱਲ ਰਹੇ ਨੇ, ਔਰ ਬਿਲਕੁਲ ਫ੍ਰੀ ਹੈ, ਕਿਸੇ ਬੱਚੇ ਕੋਲੋਂ 1 ਰੁਪਇਆ ਫੀਸ ਨਹੀਂ ਲਈ ਜਾਂਦੀ। ਸੋ ਇਸ ਤਰੀਕੇ ਨਾਲ ਸ਼ੁਰੂ ਕੀਤਾ ਸਾਰਾ ਜੀ। ਔਰ ਜੇਕਰ ਅਸੀਂ ਗੱਲ ਕਰੀਏ ਕਿਸਾਨੀ ਅੰਦੋਲਨ ਦੇ ਵਿੱਚ ਵੀ ਓਬਰਾਏ ਸਾਹਿਬ ਸਭ ਤੋਂ ਮੋਹਰੇ ਹੋ ਕੇ ਚੱਲੇ ਨੇ, ਔਰ ਬਹੁਤ ਵੱਡੇ ਪੱਧਰ ਤੇ ਉੱਥੇ ਵੀ ਸੇਵਾ ਕੀਤੀ। ਕਿਸਾਨੀ ਅੰਦੋਲਨ ਦੇ ਵਿੱਚ ਕੀ ਦੇਖਿਆ, ਕੀ ਮਹਿਸੂਸ ਕੀਤਾ? ਦੇਖੋ ਜਿਸਲੇ ਕਿਸਾਨ ਸਾਰੇ ਇਕੱਠੇ ਹੋਏ, ਸਭ ਤੋਂ ਪਹਿਲਾਂ ਜਿੰਨੇ ਟੋਲ ਪਲਾਜ਼ਾ ਹੈਗੇ ਉੱਥੇ ਇਹਨਾਂ ਦਾ ਕੱਟ ਸ਼ੁਰੂ ਹੋਇਆ, ਮਹੀਨਾ 1.5 ਮਹੀਨਾ ਉਹ ਚੱਲਿਆ ਪਹਿਲਾਂ। ਫਿਰ ਹਾਰ ਕੇ 25 ਤਰੀਕ ਨੂੰ ਜਿਹੜੇ ਸਾਰੇ ਸ਼ੰਭੂ ਬੈਰੀਅਲ ਤੇ ਪਹੁੰਚ ਗਏ। 26 ਤਰੀਕ ਸਵੇਰੇ ਅਸੀਂ ਉਹਨਾਂ ਨੇ ਕੂਚ ਕਰਨਾ ਸੀ, ਹਰਿਆਣੇ ਵਿੱਚ ਦੀ ਹੋ ਕੇ ਤੇ ਦਿੱਲੀ ਨੂੰ ਜਾਣਾ ਸੀ। ਤੇ ਉਦੋਂ ਸਭ ਤੋਂ ਜਿਹੜਾ ਪਹਿਲਾ ਕੰਮ ਕੀਤਾ ਮੈਂ ਕਿ ਹਾਲਾਂਕਿ ਸਾਰੇ ਟਰਾਲੀਆਂ ਭਰੀਆਂ ਸੀ, ਉਹਨਾਂ ਦੀਆਂ ਰਾਸ਼ਨ ਪਾਣੀ 6-6 ਮਹੀਨੇ ਦਾ ਨਾਲ ਲੈ ਕੇ ਚੱਲੇ ਸੀ, ਵੀ ਪਤਾ ਨਹੀਂ ਕਿੰਨੀ ਦੇਰ ਬਹਿਣਾ ਪੈਣਾ। ਫਿਰ ਵੀ ਮੈਂ ਉਹਨਾਂ ਨੂੰ ਇਹ ਅਪੀਲ ਕੀਤੀ, ਮੈਂ ਕਿਹਾ ਵੀ ਤੁਸੀਂ ਆਪਣਾ ਜਿਹੜਾ ਸਮਾਨ ਲੈ ਕੇ ਉਹ ਬੰਦ ਹੀ ਰੱਖੋ, ਅੱਗੇ ਕੰਮ ਆਏਗਾ। ਉਦੋਂ 20-22 ਟਨ ਸੁੱਕਾ ਰਾਸ਼ਨ ਭੇਜ ਕੇ ਮੈਂ ਸਾਰਾ ਤੇ ਲੰਗਰ ਖੁੱਲ੍ਹੇ ਲਗਾਤੇ ਉੱਥੇ। ਜਿੱਦਾਂ ਹੀ ਇਹ ਕਾਫਲਾ ਅੱਗੇ ਤੁਰਿਆ, ਫਿਰ ਉਦੋਂ ਸਰਦੀਆਂ ਸੀ। ਸਰਦੀਆਂ ਲਈ ਜੋ ਸਰਦੀਆਂ ਲਈ ਆਪਾਂ ਸੇਵਾ ਕਰ ਸਕਦੇ ਸੀ, ਚਾਹੇ ਉਹ ਜੈਕਟਾਂ ਸੀ, ਚਾਹੇ ਸ਼ੂਜ਼ ਸੀ, ਚਾਹੇ ਕੁਝ ਵੀ ਸਮਾਨ ਸੀ ਜੋ ਸਰਦੀਆਂ 'ਚ ਆਪਾਂ ਦੇ ਸਕਦੇ ਸੀ, ਉਹ ਦਿੱਤਾ। ਮੁੜ ਕੇ ਬਰਸਾਤਾਂ ਹੋ ਗਈਆਂ, ਬਰਸਾਤਾਂ 'ਚ ਉਹਨਾਂ ਨੂੰ ਟੈਂਟਾਂ ਦੀ ਵੀ ਲੋੜ ਸੀ, ਉਹਨਾਂ ਨੂੰ ਤੁਹਾਡੇ ਵਾਸ਼ਰੂਮਸ ਵਗੈਰਾ ਹੈ ਨਹੀਂ ਸੀ ਉੱਥੇ, ਟਾਇਲਟਸ ਵਗੈਰਾ ਬਣਾਉਣੇ ਸੀ, ਉਹ ਬਣਾਏ ਗਏ, ਉਹ ਵੀ ਸਾਰਾ ਦੌਰ ਨਿਕਲਿਆ। ਉਸ ਤੋਂ ਬਾਅਦ ਫਿਰ ਤੁਹਾਡੀਆਂ ਗਰਮੀਆਂ ਆ ਗਈਆਂ, ਗਰਮੀਆਂ 'ਚ ਪੱਖੇ ਹੋ ਗਏ, ਕੂਲਰ ਹੋ ਗਏ, ਪਾਣੀ ਦੀ ਕਿੱਲਤ ਆਈ ਤਾਂ ਅਸੀਂ ਉੱਥੇ ਵੱਡੇ ਬੋਰ ਕਰਾਤੇ ਕਿ ਪਾਣੀ ਦੀ ਕਿੱਲਤ ਨਾ ਆਵੇ। ਪਿਉਰੀਫਾਈ ਲਈ ਅਸੀਂ ਉੱਥੇ RO ਸਿਸਟਮ ਲਗਾ ਦਿੱਤੇ ਗਏ। ਇਹ ਸਾਰਾ ਕੁਝ ਜਿਹੜਾ ਅਸੀਂ ਉੱਥੇ ਕਰਿਆ, ਸਾਰਾ ਟਾਈਮ ਮੁਤਾਬਕ ਜੋ ਚੀਜ਼ ਉਹਨਾਂ ਨੂੰ ਚਾਹੀਦੀ ਸੀ ਅਸੀਂ ਮੌਕੇ 'ਤੇ ਫਟਾਫਟ ਪਹੁੰਚਾਈ। ਫਿਰ ਜਦੋਂ ਲੋਕ ਬਿਮਾਰ ਹੋਣੇ ਸ਼ੁਰੂ ਹੋ ਗਏ, ਫਿਰ ਡਾਕਟਰਾਂ ਦੀ ਲੋੜ ਸੀ। ਫਿਰ ਸਾਡੇ 28 ਡਾਕਟਰ ਸਾਡੇ 5 ਬਾਰਡਰਾਂ ਦੇ ਉੱਤੇ ਜਿੱਥੇ ਮੋਰਚੇ ਲੱਗੇ ਸੀ ਸਾਰੇ ਪਾਸੇ ਵੰਡ ਦਿੱਤੇ ਗਏ। 25-26 ਸਾਡੀਆਂ ਐਂਬੂਲੈਂਸਿਸ ਸੀ ਜਿਹੜੀਆਂ ਕਿ ਪੂਰਾ ਕੰਮ ਕਰ ਰਹੀਆਂ ਸੀ। ਜਿੰਨੇ ਸਾਡੇ ਆਫਿਸ ਨੇ, ਹਰ ਡਿਸਟ੍ਰਿਕਟ ਦੇ ਅਸੀਂ ਆਫਿਸ ਡਿਊਟੀ ਲਾਈ ਸੀ ਕਿ ਇਸ ਡਿਸਟ੍ਰਿਕਟ ਨੇ ਇਸ ਮੋਰਚੇ ਤੇ ਜਾਣਾ ਤੇ ਉੱਥੇ ਜਾ ਕੇ ਤੁਸੀਂ ਸੇਵਾਵਾਂ ਨਿਭਾਉਣੀਆਂ 1-1 ਹਫ਼ਤੇ ਵਾਸਤੇ। ਤੋਂ 1-1 ਹਫ਼ਤਾ ਉਹ ਸਾਰੇ ਬੰਦੇ ਜਿਹੜੇ ਉਹ ਬਾਹਰ ਹੀ ਰਹਿੰਦੇ ਸੀਗੇ ਉੱਥੇ। ਤੇ ਇਹ ਕੰਮ ਚੱਲਦਾ ਰਿਹਾ। ਮੈਨੂੰ ਹੁਣ ਵੀ ਯਾਦ ਆ ਕਿ ਅਸੀਂ 1.25 ਲੱਖ 1.5 ਲੱਖ ਦੀ ਅਸੀਂ ਡੇਲੀ ਮੈਡੀਸਨ ਭੇਜਦੇ ਸੀ ਉੱਥੇ। ਤੇ ਉਹ ਜ਼ਰੂਰੀ ਸੀ। ਅਗਰ ਪਾਣੀ ਦੀ ਗੱਲ ਆਈ ਤੇ ਸਾਡੇ ਪਾਣੀ ਦੀਆਂ ਬੋਤਲਾਂ ਪਤਾ ਨਹੀਂ ਕਿੰਨੇ ਲੱਖਾਂ ਅਸੀਂ ਬੋਤਲਾਂ ਪਾਣੀ ਦੀਆਂ ਭੇਜ ਦਿੱਤੀਆਂ ਉੱਥੇ। ਕਹਿਣ ਦਾ ਮਤਲਬ ਕਿ ਉਹ ਸੇਵਾ ਨਿਰੰਤਰ ਲਗਾਤਾਰ ਜਾਰੀ ਰਹੀ। ਸਭ ਤੋਂ ਜਿਹੜਾ ਜ਼ਰੂਰੀ ਕੰਮ ਉੱਥੇ ਸੀ, ਜਿਹੜਾ ਕਿ ਮੈਨੂੰ ਮਹਿਸੂਸ ਹੋਇਆ, ਜਿਹੜਾ ਕਿ ਕਿਸੇ ਦੀ ਨਿਗਾਹ 'ਚ ਨਹੀਂ ਸੀ ਆ ਰਿਹਾ, ਲੰਗਰ ਲੱਗੇ ਹੋਏ ਸੀ ਬੜੇ, ਜਲੇਬੀਆਂ ਵੀ ਬਣ ਰਹੀਆਂ, ਸਭ ਕੁਝ ਬਣ ਰਿਹਾ, ਪਿੰਨੀਆਂ ਵੀ ਵੰਡੀਆਂ ਜਾ ਰਹੀਆਂ ਨੇ। ਲੇਕਿਨ ਜਦੋਂ ਮੈਂ ਉੱਥੇ ਮੋਰਚੇ 'ਤੇ ਗਿਆ, ਸਟੇਜ 'ਤੇ ਮੈਨੂੰ ਬੜੀ ਰਿਸਪੈਕਟ ਦਿੱਤੀ ਉਹਨਾਂ ਨੇ, ਮੈਨੂੰ ਬੋਲਣ ਦਾ ਟਾਈਮ ਵੀ ਦਿੱਤਾ ਸਟੇਜ ਦੇ ਉੱਤੇ। ਉਹਨਾਂ ਨੇ ਬੜੇ ਇੱਜ਼ਤ ਮਾਣ ਨਾਲ ਲੈ ਕੇ ਗਏ। ਰਸਤੇ 'ਚ ਘੋੜੇ ਸੀ। ਨਿਹੰਗ ਸਿੰਘਾਂ ਨੂੰ ਮੈਂ ਕਿਹਾ ਜੀ ਬਾਕੀ ਦਾ ਲੰਗਰ ਚੱਲ ਰਿਹਾ, ਤੇ ਮੈਂ ਕਿਹਾ ਘੋੜਿਆਂ ਦਾ? ਉਹ ਕਹਿੰਦੇ ਜਿੰਨਾ ਕੁ ਲਿਆਏ ਸੀ ਇਹ ਘੋੜਿਆਂ ਦਾ ਚਾਰਾ ਖਤਮ ਹੋ ਚੁੱਕਾ ਹੈ, ਸਾਨੂੰ ਹੁਣ ਮਿੰਨਤਾਂ ਕਰਕੇ ਲੱਭਣਾ ਪੈਂਦਾ ਹੈ। ਫਿਰ ਅਸੀਂ ਟਨਾਂ ਦੇ ਹਿਸਾਬ ਦੇ ਨਾਲ ਚਨੇ ਹੋ ਗਏ, ਜੋ ਉਹਨਾਂ ਦਾ ਖੁਰਾਕ ਹੁੰਦੀ ਹੈ, ਅਸੀਂ ਸੁੱਕਾ ਰਾਸ਼ਨ। ਉਸ ਤੋਂ ਬਾਅਦ ਜਿਹੜਾ ਹਰਾ ਬਰਸੀਨ ਚਾਹੀਦਾ ਸੀ ਉਹਨਾਂ ਨੂੰ, ਉਹ ਸਾਡਾ ਤਕਰੀਬਨ ਹਰ ਹਫ਼ਤੇ ਸਾਡਾ ਕਦੀ 100 ਕੁਇੰਟਲ ਜਾ ਰਿਹਾ, ਕਦੀ 200 ਕੁਇੰਟਲ ਜਾ ਰਿਹਾ। ਸੋ ਘੋੜਿਆਂ ਵਾਸਤੇ ਜਿਹੜਾ ਰਾਸ਼ਨ ਸੀ, ਇਹ ਸਰਬੱਤ ਦੇ ਭਲਾ ਚੈਰੀਟੇਬਲ ਟਰਸਟ ਨੇ, ਇੱਕੋ ਟਰਸਟ ਆ ਜਿਹਨੇ ਇਹ ਜਿਹੜੇ ਸੇਵਾ ਇਹ ਨਿਭਾਈ। ਉਦੋਂ ਸਟੇਜ 'ਤੇ ਫਿਰ ਮੈਂ ਅਨਾਊਂਸ ਕੀਤਾ ਸੀ ਸਰਬੱਤ ਦੇ ਭਲੇ ਵੱਲੋਂ, ਮੈਂ ਕਿਹਾ ਜੀ ਜਿੰਨੇ ਉਦੋਂ 11 ਜਿਹੜੇ ਸੀ ਕਿਸਾਨ ਸ਼ਹੀਦ ਹੋ ਚੁੱਕੇ ਸੀ, ਤੇ ਫਿਰ ਮੈਂ ਕਿਹਾ ਜਿਹੜੇ ਆਪਣੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਸਾਰਿਆਂ ਨੂੰ ਮੈਂ 10,000 ਰੁਪਏ ਮਹੀਨਾ ਟਰਸਟ ਵੱਲੋਂ ਪੈਨਸ਼ਨ ਲਗਾ ਰਿਹਾ। ਉੱਥੇ ਪੈਨਸ਼ਨ 10,000 ਰੁਪਇਆ ਮਹੀਨਾ, ਇਹ ਬਹੁਤ ਵੱਡੀ ਗੱਲ ਹੈ। ਹਾਂ, ਇਹ ਫਰਵਰੀ ਵਿੱਚ ਸਾਡੀ ਜਿਹੜੀ ਪੈਨਸ਼ਨ ਸਟਾਰਟ ਹੋ ਗਈ ਸੀ। ਹੁਣ ਦੇਖੋ ਇਸ ਲਈ ਕੋਈ 750 ਦੀ ਲਿਸਟ ਹੈ ਜੋ ਕਹਿੰਦੇ ਨੇ, ਅਜੇ ਲਿਸਟਾਂ ਕਿਸੇ ਕੋਲ ਬਣੀਆਂ ਨਹੀਂ ਗਿਆ ਪੂਰੀਆਂ। ਟੋਟਲ 400 ਦੇ ਲਾਗੇ ਛੱਗੇ ਜਿਹੜੀ ਲਿਸਟ ਸਾਡੇ ਕੋਲ ਆ ਚੁੱਕੀ ਹੋਈ ਹੈ। ਇਹ 'ਚ ਕੀ ਸੀ, ਜਿਹੜੇ ਤਾਂ ਇੱਕ ਸ਼ਰਤ ਰੱਖੀ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਜਿਹੜਾ ਕਿਸਾਨ ਇਸ ਅੰਦੋਲਨ ਵਿੱਚ ਸਾਈਡ 'ਤੇ ਉੱਥੇ ਅੰਦੋਲਨ ਦੇ ਟਾਈਮ ਦੇ ਵਿੱਚ ਉੱਥੇ ਉਹਦੀ ਡੈਥ ਹੋ ਜਾਂਦੀ ਹੈ, ਉਹਦਾ ਡੈਥ ਸਰਟੀਫਿਕੇਟ
ਉਹਦੀ ਪੋਸਟਮਾਰਟਮ ਦੀ ਰਿਪੋਰਟ ਉੱਥੋਂ ਦੀ ਚਾਹੀਦੀ ਹੈ। ਔਰ ਜਿਹੜੀ ਜਥੇਬੰਦੀ, ਚਾਹੇ ਕੋਈ ਵੀ ਜਥੇਬੰਦੀ ਹੋਵੇ, ਚਾਹੇ ਰਾਜਸਥਾਨ ਦੀ ਹੈ, ਚਾਹੇ ਤੁਹਾਡੀ ਯੂਪੀ ਦੀ ਹੈ, ਚਾਹੇ ਪੰਜਾਬ ਹਰਿਆਣੇ ਦੀ ਹੈ ਨਾ ਜੀ, ਉਹਨਾਂ ਦਾ ਜਿਹੜਾ ਮੋਢੀ ਆ ਉਹ ਉੱਥੇ ਸਟੈਂਪ ਲਾ ਕੇ ਤਸਦੀਕ ਕਰਦਾ ਕਿ ਹਾਂ ਇਹ ਬੰਦੇ ਦੀ ਡੈਥ ਇੱਥੇ ਹੋਈ ਹੈ। ਅਸੀਂ ਇਮੀਡੀਏਟਲੀ ਉਹਨੂੰ 10,000 ਰੁਪਏ ਮਹੀਨੇ ਦੀ ਪੈਨਸ਼ਨ ਲਾਤੀ। ਇਹ 70-75 ਹੀ ਬਣੀਆਂ ਅੱਜ ਤੱਕ, ਜ਼ਿਆਦਾ ਨਹੀਂ ਹੋਈਆਂ ਅਜੇ, ਆ ਰਹੀਆਂ ਨੇ। ਲੇਕਿਨ ਜਿਹੜੇ ਬਾਕੀ ਸੀਗੇ ਉਹਨਾਂ ਦੀ ਕਿਸੇ ਡੈਥ ਕੀ ਹੋਈ ਸੀ, ਕੋਈ ਆ ਰਿਹਾ ਸੀਗਾ ਮੋਰਚੇ ਤੋਂ, ਕੋਈ ਮੋਰਚੇ 'ਚ ਜਾ ਰਿਹਾ ਸੀ, ਕੋਈ ਐਕਸੀਡੈਂਟਲ ਡੈਥ ਹੋ ਗਈ, ਕੁਝ ਬੰਦੇ ਜਾ ਕੇ ਬਿਮਾਰ ਹੋ ਗਏ, ਉੱਥੇ ਜਦੋਂ ਵਾਪਸ ਘਰ ਆਏ, ਘਰ ਆ ਕੇ ਫਿਰ ਡੈਥ ਹੋ ਗਈ। ਲੇਕਿਨ ਇਹ ਮੈਂ ਸੋਚਿਆ ਕਿ ਇਹ ਜਿਹੜੇ ਸੀਗੇ ਸਾਰੇ ਕਿਸਾਨ, ਇਹ ਵੀ ਹੈ ਤੇ ਉਸੇ ਅੰਦੋਲਨ ਦਾ ਹੀ ਪਾਰਟ, ਉਸੇ ਅੰਦੋਲਨ ਦਾ। ਤੇ ਫਿਰ ਅਸੀਂ ਟੀਮਾਂ ਬਣਾਈਆਂ। ਟੀਮਾਂ ਬਣਾ ਕੇ ਅਸੀਂ ਉਹਨਾਂ ਦੇ ਘਰੋਂ ਘਰੀ ਭੇਜ ਕੇ ਸਾਰਾ ਸਰਵੇ ਕਰਾਇਆ ਕਿ ਇਨਕਮ ਦਾ ਕੀ ਸੋਰਸ ਹੈ ਇਹਨਾਂ ਦਾ, ਫੈਮਿਲੀ 'ਚ ਕੌਣ ਕੌਣ ਹੈ, ਕਮਾਈ ਦਾ ਕੋਈ ਸਾਧਨ ਹੈ ਕਿ ਨਹੀਂ ਹੈ। ਤੇ ਇਹ ਦੇਖ ਕੇ ਫਿਰ ਅਸੀਂ ਉਹਨਾਂ ਦੀ ਪੈਨਸ਼ਨ ਲਾਣੀ ਸ਼ੁਰੂ ਕੀਤੀ ਹੈ। ਕੱਲ੍ਹ ਤੱਕ ਮੇਰੇ ਖਿਆਲ 250 ਦੇ ਕਰੀਬ ਜਿਹੜੀ ਸੀ ਕਿਸਾਨਾਂ ਦੀ ਪੈਨਸ਼ਨ ਲੱਗ ਚੁੱਕੀ ਸਾਡੀ। ਉਹ ਪੈਨਸ਼ਨ ਸਾਡੀ 2,000, 2,500, 3,000, 4,000, 5,000 ਮੌਕੇ ਮੁਤਾਬਕ ਜੋ ਬਣਦੀ ਹੈ ਉਹ ਅਸੀਂ ਉਹ ਪੈਨਸ਼ਨ ਲਾਤੀ ਹੈ। ਔਰ ਜਦੋਂ ਤੱਕ ਸਾਡੇ ਕੋਲ ਲਿਸਟਾਂ ਆ ਰਹੀਆਂ ਨੇ, 750 ਕਹਿ ਰਹੇ ਤੇ 750 ਬੰਦੇ ਨੂੰ ਜਿਹੜੀ ਪੈਨਸ਼ਨ ਹੈ ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਲੱਗ ਜਾਏਗੀ। ਆਪਾਂ ਉੱਥੇ ਬਿਲਕੁਲ ਖੜੇ ਆ। ਦੂਸਰਾ ਬਹੁਤ ਵੱਡੀ ਗੱਲ, ਇੱਕ ਮੈਂ ਮਾਫੀ ਚਾਹੁੰਦਾ ਤੁਹਾਡੀ ਗੱਲ ਟੁਕਣ ਦੇ ਲਈ, ਇਹ ਬਹੁਤ ਵੱਡੀ ਗੱਲ ਆ ਕਿ ਜਿਹੜੇ ਕਿਸਾਨ ਉੱਥੇ ਸ਼ਹੀਦ ਹੋਏ ਨੇ, ਜਿਹੜੇ ਚਲੇ ਗਏ ਨੇ ਇਸ ਫਾਨੀ ਜਹਾਨ ਤੋਂ, ਉਹਨਾਂ ਦੇ ਵਾਸਤੇ ਸਰਬੱਤ ਦਾ ਭਲਾ ਟਰਸਟ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਉਹਨਾਂ ਦਾ ਇਕਨੋਮਿਕਲ ਜੋ ਸਟੈਂਡਰਡ ਹੈਗਾ ਉਹਨੂੰ ਦੇਖ ਕੇ ਜੋ ਪੈਨਸ਼ਨਾਂ ਲਗਾਈਆਂ ਜਾ ਰਹੀਆਂ ਨੇ, ਬਹੁਤ ਚੰਗੀ ਗੱਲ ਆ। ਹਾਲੇ ਹੋਰ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਬਾਤਾਂ ਓਬਰਾਏ ਸਾਹਿਬ ਦੇ ਨਾਲ ਸਾਡੀਆਂ ਚੱਲਦੀਆਂ ਰਹਿਣਗੀਆਂ। ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ, ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ 7 ਤੇ ਸਾਡੇ ਨਾਲ ਬਣੇ ਹੋਏ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਐਸਪੀ ਸਿੰਘ ਓਬਰਾਏ ਜੀ। ਓਬਰਾਏ ਸਾਹਿਬ, ਘਰੋਂ ਕਹਿੰਦੇ ਨੇ ਕਿ ਜੇ ਤੁਹਾਨੂੰ ਪੂਰੀ ਹੱਲਾਸ਼ੇਰੀ ਮਿਲੇ ਫਿਰ ਹੀ ਕੋਈ ਕੰਮ ਕੀਤਾ ਜਾ ਸਕਦਾ ਹੈ। ਕਦੇ ਕਿਸੇ ਨੇ ਟੋਕਿਆ ਨਹੀਂ ਓਬਰਾਏ ਸਾਹਿਬ, ਘਰ ਵੱਲ ਵੀ ਧਿਆਨ ਦੇ ਲਓ। ਦੇਖੋ, ਮੇਰੇ ਮਦਰ ਮੇਰੇ ਨਾਲ ਨੇ ਹਮੇਸ਼ਾ ਜੀ, ਉਹਨਾਂ ਨੇ ਮੇਰਾ ਸਾਥ ਦਿੱਤਾ। ਮਿਸਿਸ ਮੇਰੇ ਥੋੜ੍ਹੇ ਜਿਹੇ ਪਹਿਲਾਂ ਸੀਗੇ ਕਿ ਕਿਹੜੇ ਕੰਮਾਂ 'ਚ ਪਏ ਹੋ ਤੁਸੀਂ, ਕੰਮ ਕਰ ਛੱਡ ਕੇ ਜਦੋਂ ਫੋਨ ਕਰੋ ਮੈਂ ਕੋਰਟ ਵਿੱਚ ਆ ਜੀ, ਕਦੀ ਕਰੋ ਮੈਂ ਜੇਲ੍ਹ 'ਚ, ਕਿਉਂਕਿ ਮੇਰਾ ਕੰਮ ਹੀ ਐਸੀ ਕੇਸ ਹੀ ਇੰਨੇ ਆ ਗਏ ਮੇਰੇ ਕੋਲ ਨਾ। ਇਕੱਲਾ 17 ਬੰਦਿਆਂ ਦਾ ਕੇਸ ਨਹੀਂ ਸੀਗਾ, 17 ਦਾ ਹੋ ਗਿਆ, ਇੰਨਾ ਹੋ ਗਿਆ। ਹੁਣ ਅੱਜ ਦੀ ਡੇਟ 'ਚ 117 ਬੰਦੇ ਹੈ ਜਿਹਨਾਂ ਦੀਆਂ ਫਾਂਸੀਆਂ ਮਾਫ ਹੋ ਚੁੱਕੀਆਂ ਨੇ, ਔਰ 1000 ਤੋਂ ਉੱਤੇ ਬੰਦਾ ਜਿਹੜਾ ਕਿ ਜੇਲ੍ਹਾਂ 'ਚ ਰੁਲ ਰਿਹਾ ਸੀਗਾ, ਉਹ ਸਾਰੇ ਬੰਦੇ ਕੱਢ ਕੇ ਇੰਡੀਅਨ ਮੈਂ ਵਾਪਸ ਲੈ ਕੇ ਆਇਆ। ਇੱਦਾਂ ਹੀ ਕਰੋਨਾ ਦੇ ਵਿੱਚ ਵੀ ਜਿਸ ਵੇਲੇ ਹੋਇਆ, ਲੋਕਡਾਊਨ ਲੱਗਿਆ, ਤੇ ਉਦੋਂ ਮੈਂ 4 ਚਾਰਟਰਡ ਪਲੇਨ ਜਿਹੜੇ ਹੈ ਉਹ ਮੈਂ ਲੈ ਕੇ ਆਇਆ ਉੱਥੋਂ। ਇੱਕ ਅੰਮ੍ਰਿਤਸਰ ਲੈ ਕੇ ਆਇਆ, 3 ਚੰਡੀਗੜ੍ਹ ਲੈ ਕੇ ਆਇਆ। ਉਹ ਬੱਚੇ ਸਾਰੇ ਸੁਸਾਈਡ ਕਰ ਰਹੇ ਸੀ ਉੱਥੇ। ਉਹ ਮੈਨੂੰ ਬੜੀ ਚੁੱਭੀ ਗੱਲ, ਕਿਉਂਕਿ ਇੱਕ ਜਿੱਦਾਂ ਡੈੱਡ ਬੋਡੀਆਂ ਲੈ ਕੇ ਆਉਂਦੇ ਹਾਂ ਅਸੀਂ, ਮੇਰੇ ਖਿਆਲ ਪਰਸੋਂ ਤੱਕ ਡੈੱਡ ਬੋਡੀ ਆਈ 277 ਡੈੱਡ ਬੋਡੀਆਂ ਮੈਂ ਲਿਆ ਚੁੱਕਾ ਹੁਣ ਤੱਕ। ਉਹਨਾਂ ਦਿਨਾਂ 'ਚ ਕੀ ਹੋਇਆ ਕਿ 20 ਸਾਲ 22 ਸਾਲ ਦੇ ਬੱਚੇ ਜਿਨ੍ਹਾਂ ਨੂੰ ਜੌਬ ਨਹੀਂ ਮਿਲੀ, ਫਰਵਰੀ 'ਚ ਗਏ ਸੀ, ਮਾਰਚ ਵਿੱਚ ਲੋਕਡਾਊਨ ਲੱਗ ਗਿਆ, ਤੇ ਉਹ ਬੱਚੇ ਉੱਥੇ ਰੁਲ ਗਏ। ਨਾ ਉਹਨਾਂ ਨੂੰ ਖਾਣ ਨੂੰ ਮਿਲ ਰਿਹਾ, ਨਾ ਉਹਨਾਂ ਨੂੰ ਕੁਛ ਰਹਿਣ ਨੂੰ ਜਗ੍ਹਾ ਸੀਗੀ। ਚਲੋ ਜਿੰਨੇ ਕੁ 100-150 ਬੰਦੇ ਨੂੰ ਮੈਂ ਅਕੋਮੋਡੇਸ਼ਨ ਦੇ ਸਕਦੀ ਦਿੱਤੀ ਮੈਂ। ਫਿਰ ਮੈਂ ਸੋਚਿਆ, ਮੈਂ ਕਿਹਾ ਯਾਰ ਇੱਕ ਬੰਦੇ ਨੂੰ ਆਪਾਂ ਡੈੱਡ ਬੋਡੀ, ਬੰਦਾ ਸੁਸਾਈਡ ਕਰ ਰਿਹਾ, ਡੈੱਡ ਬੋਡੀ ਲਿਆਵਾਂਗੇ 1.5-2 ਲੱਖ ਦਾ ਖਰਚਾ ਆਉਂਦਾ ਹੈ। ਤੇ ਫਿਰ ਚਾਰਟਰ ਪਲੇਨ ਦੀ ਗੱਲ ਕੀਤੀ ਮੈਂ ਪਰਮਿਸ਼ਨ ਲੈ ਕੇ। ਮੈਂ ਕਿਹਾ ਜੇ ਇੱਕ ਬੱਚਾ ਅਸੀਂ ਚਾਰਟਰ ਪਲੇਨ 'ਤੇ ਲੈ ਕੇ ਆਉਂਦੇ, ਸਾਡਾ ਖਰਚਾ 25,000 ਹੈ। ਸੋ ਬੈਟਰ ਹੈ ਕਿ ਅਸੀਂ ਜਿਹੜਾ 1.5-2 ਲੱਖ ਖਰਚੇ ਨਾਲੋਂ 25,000 'ਚ ਜਿੰਦਾ ਬੱਚਾ ਲੈ ਕੇ ਆਈਏ ਤੇ ਘਰਦਿਆਂ ਨੂੰ ਦਈਏ। ਫਿਰ ਤਾਂ 4 ਚਾਰਟਰ ਪਲੇਨ ਜਾ ਕੇ 700 ਦੇ ਕਰੀਬ ਬੰਦੇ ਜਿਹੜੇ। ਕਰੋਨਾ ਦੇ ਵਿੱਚ ਤੁਸੀਂ ਇਕਲੌਤੇ ਭਾਰਤੀ ਸੀ ਜਿਹੜੇ ਕਿ 에ਅਰ ਇੰਡੀਆ ਦੇ ਪਲੇਨ ਦੇ ਵਿੱਚ ਸਵਾਰੀ ਕਰਦੇ। ਸਾਨੂੰ ਤਾਂ ਕੋਈ ਕੱਲਾ ਟੈਂਪੂ ਦੇ ਵਿੱਚ ਹੋਈ ਹੈ ਨਾ, ਉੱਤੇ ਵੀ ਲੈ ਕੇ ਜਾਵੇ, ਤੇ ਤੁਸੀਂ ਇਕੱਲੇ ਗਏ, ਉਹ ਕੀ ਵਾਕਿਆ ਸੀ? ਸਵਾਰੀ ਨਹੀਂ, ਉਸ ਟਾਈਮ ਜਾਣਾ ਸੀ ਮੈਂ, ਤੇ ਫਲਾਈਟ ਸੀ। ਜਿਸਲੇ ਮੈਂ ਅੰਮ੍ਰਿਤਸਰ ਪਹੁੰਚ ਗਿਆ ਤੇ ਮੈਨੂੰ ਉੱਥੋਂ 에ਅਰ ਇੰਡੀਆ ਦਾ ਫੋਨ ਆ ਗਿਆ ਕਿ ਤੁਸੀਂ ਓਬਰਾਏ ਸਾਹਿਬ ਨਾ ਆਇਓ, ਵੀ ਅੱਜ ਫਲਾਈਟ ਨਹੀਂ ਜਾ ਰਹੀ। ਮੈਂ ਕਿਹਾ ਮੇਰੇ ਕੋਲ ਤਾਂ ਕਨਫਰਮ ਟਿਕਟ ਹੈ ਭਾਈ, ਮੇਰੀ ਉੱਥੇ ਮੀਟਿੰਗਸ ਹੈਗੀਆਂ, ਮੈਂ ਤਾਂ ਜਾਵਾਂਗਾ। ਕਹਿੰਦੇ ਨਹੀਂ, ਕਹਿੰਦੇ ਨਵੀਆਂ ਕੋਈ ਗਾਈਡਲਾਈਨਸ ਆਈਆਂ ਨੇ। ਮੈਂ ਕਿਹਾ ਦੱਸੋ ਕੀ ਗਾਈਡਲਾਈਨ, ਮੈਨੂੰ ਮੇਲ ਕਰ ਦਿਓ। ਮੈਂ ਕਿਹਾ, ਤੇ ਫਿਰ ਉਹਨਾਂ ਨੇ ਮੇਲ ਨਹੀਂ ਕੀਤੀ। ਫਿਰ ਦੁਬਾਰਾ ਮੈਂ ਜ਼ੋਰ ਪਾਇਆ, ਮੈਂ ਕਿਹਾ ਮੈਨੂੰ ਮੇਲ ਕਰੋ, ਨਹੀਂ ਤਾਂ ਮੈਂ ਆ ਰਿਹਾ ਜੇ, ਤੇ ਅਦਰਵਾਈਜ਼ ਮੇਰਾ ਇੰਨਾ ਕੁ ਲਾਸ ਹੋ ਜਾਣਾ ਮੇਰੀ ਮੀਟਿੰਗ ਦਾ, ਤੇ ਉਹ ਫਿਰ 에ਅਰ ਇੰਡੀਆ ਨੂੰ ਬੀਅਰ ਕਰਨਾ ਪੈਣਾ। ਫਿਰ ਉਹਨੇ ਮੈਨੂੰ ਮੇਲ ਭੇਜਤੀ ਕਿ ਸਾਡੇ ਕੋਲ ਟੈਕਨੀਕਲ ਪ੍ਰੋਬਲਮਸ ਨੇ, ਉੱਥੋਂ ਏਵੀਏਸ਼ਨ ਡਿਪਾਰਟਮੈਂਟ ਦੀ ਪ੍ਰੋਬਲਮ ਹੈ, ਨਵੀਂ ਗਾਈਡਲਾਈਨਸ ਹੈ। ਨਵੀਂ ਗਾਈਡਲਾਈਨ ਕੀ ਆਈ ਸੀ ਉਹਨਾਂ ਦਿਨਾਂ 'ਚ, ਉਹ ਕਹਿੰਦੇ ਸੀ ਵੀ ਤੁਹਾਡੇ ਜਿਹੜੇ ਤੁਹਾਡਾ ਵੈਕਸੀਨ ਲੱਗੀ ਹੈ ਤੁਹਾਡੀ, ਉਹ ਤੁਹਾਡੀ ਆਹ ਵਾਲੀ ਚਾਹੀਦੀ ਹੈ। ਮੈਂ ਕਿਹਾ ਯਾਰ ਮੇਰੇ 4 ਲੱਗੀਆਂ, ਚਾਰੋਂ ਦੁਬਈ ਦੀਆਂ ਨੇ।
ਵੈਕਸੀਨ ਲੱਗੀ ਹੈ, ਦੁਬਈ ਦੀ ਅਪਰੂਵਲ ਹੈਗੀ ਮੇਰੇ ਕੋਲ, ਐਂਟਰੀ ਪਰਮਿਟ ਕਹਿੰਦੇ ਉਹਨੂੰ। ਮੈਂ ਕਿਹਾ ਉਹ ਮੇਰੇ ਕੋਲ ਵੈਲਿਡ ਹੈਗਾ, ਵੈਕਸੀਨ ਮੇਰੀਆਂ ਲੱਗੀਆਂ ਹੋਈਆਂ ਨੇ, ਪਲੱਸ ਮੇਰੇ ਕੋਲ ਟਿਕਟ ਵੈਲਿਡ ਹੈ, ਅਤੇ ਜਿਹੜੀ ਇੱਥੋਂ ਤੁਹਾਡੀ ਟੈਸਟ ਹੋਣਾ ਸੀ ਉਹ ਵੀ ਟੈਸਟ ਹੋਇਆ, ਰੈਪਿਡ ਟੈਸਟ ਤੁਸੀਂ ਕਿਹਾ ਉਹ ਵੀ ਮੇਰਾ ਹੋਇਆ। ਸੋ 6 ਪੁਆਇੰਟ ਸੀ, 6 ਦੇ 6 ਮੇਰੇ ਹੋਏ ਪਏ ਸੀਗੇ। ਮੈਂ ਕਿਹਾ ਨਹੀਂ ਤੁਸੀਂ ਰੋਕ ਸਕਦੇ। ਤੀਸਰਾ ਸਭ ਤੋਂ ਵੱਡਾ ਜਿਹੜਾ ਸੀ ਕਿ ਮੇਰੇ ਕੋਲ ਗੋਲਡ ਕਾਰਡ ਹੈ ਦੁਬਈ ਦਾ, ਉਹਨੂੰ ਰੋਕ ਹੀ ਨਹੀਂ ਸਕਦੇ, ਉਹ ਚਾਹੇ ਕਰੋਨਾ ਹੋਵੇ, ਕੁਛ ਹੋਵੇ, ਲੋਕਡਾਊਨ ਹੋਵੇ। ਗੋਲਡ ਕਾਰਡ ਦਾ ਤੁਸੀਂ ਪੜ੍ਹਿਆ ਹੋਣਾ ਕਿ ਉਹਨਾਂ ਨੂੰ ਅਪਰੂਵਲ ਸੀ ਵੀ ਤੁਸੀਂ ਕਿਸੇ ਟਾਈਮ ਵੀ ਆ ਸਕਦੇ ਹੋ, ਕਿਸੇ ਟਾਈਮ ਵੀ ਜਾ ਸਕਦੇ ਹੋ। ਗੋਲਡ ਕਾਰਡ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮਾਨ ਸਨਮਾਨ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਤੋਂ ਮਿਲੇ ਹੋਏ ਨੇ, ਉਹਨਾਂ ਬਾਰੇ ਦੱਸੋ। ਚਲੋ ਉਹ ਤਾਂ ਦੇਖੋ ਜੀ ਰੂਟੀਨ 'ਚ ਹੈ, ਮਿਲਦੇ ਹੀ ਰਹਿੰਦੇ ਨੇ ਸਾਰੇ। ਮੇਰੇ ਲਈ ਦੇਖੋ ਇਹ ਜਿਹੜੇ ਮਾਨ ਸਨਮਾਨ ਹੈ ਨਾ, ਮੈਂ ਤਾਂ ਪੜ੍ਹਿਆ ਲਿਖਿਆ ਹੈ ਨਹੀਂਗਾ, ਮੈਂ ਸਿਰਫ 10 ਜਮਾਤਾਂ ਪੜ੍ਹਿਆ ਜੀ। ਅੱਛਾ ਜੀ। ਤੇ ਇਸ ਤੋਂ ਬਾਅਦ ਤਾਂ ਮੈਂ ਪੜ੍ਹਿਆ ਨਹੀਂਗਾ। ਅਤੇ ਮਾਨ ਸਨਮਾਨ ਮੈਨੂੰ ਇਹੋ ਜਿਹੇ ਮਿਲੇ ਨੇ ਕਿ ਮੈਨੂੰ ਗ੍ਰੈਂਡ PhD ਹੋ ਗਏ, ਮਤਲਬ ਕਈ ਡਿਗਰੀਆਂ ਮਿਲੀਆਂ ਹੋਈਆਂ ਨੇ, ਪ੍ਰੋਫੈਸਰਸ਼ਿਪ ਮਿਲੀ ਹੋਈ ਹੈ, ਸਭ ਕੁਝ ਇਹ ਸਾਰੇ ਆਨਰਰੀ ਮਿਲੀਆਂ ਹੋਈਆਂ ਨੇ ਸਾਰੀਆਂ। ਲੇਕਿਨ ਮੇਰੇ ਨਿਗਾਹ ਵਿੱਚ ਨਾ ਮੈਂ ਉਹਨੂੰ ਸਨਮਾਨ ਸਮਝਦਾ ਆਪਣਾ, ਮੈਂ ਅਵਾਰਡ ਉਹਨੂੰ ਸਮਝਦਾ ਜਦੋਂ ਮੈਂ ਕਿਸੇ ਬੱਚੇ ਦੀ ਫਾਂਸੀ ਮਾਫ ਕਰਾ ਕੇ ਨਾ, ਅਤੇ ਕਿਸੇ ਦੀ ਵਾਈਫ ਦਾ ਹਸਬੈਂਡ, ਬੱਚਿਆਂ ਦਾ ਪਿਓ ਜਾਂ ਮਾਂ ਦਾ ਬੇਟਾ ਜਿਸਲੇ ਉਹਨਾਂ ਨੂੰ ਮੈਂ ਲੈ ਕੇ ਹੱਥ ਫੜਾਉਂਦਾ ਨਾ ਜੀ, ਅਤੇ ਉਹ ਜਿਸਲੇ ਕਲਾਵੇ 'ਚ ਲੈ ਕੇ ਉਹਦੇ ਆਂਸੂ ਆਉਂਦੇ ਨਾ, ਬਸ ਉਦੋਂ ਬਾਅਦ ਵੱਡਾ ਅਵਾਰਡ ਮੈਨੂੰ ਨਾ ਕੋਈ ਚਾਹੀਦਾ ਨਾ ਕੋਈ ਹੈਗਾ ਉਸ ਤੋਂ ਵੱਡਾ। ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਔਰ ਪਿੱਛੇ ਜੇ ਰੌਲਾ ਪਿਆ ਸੀ ਕਿ ਓਬਰਾਏ ਸਾਹਿਬ ਨੂੰ ਵੀ ਸਿਆਸੀ ਪਾਰਟੀਆਂ ਥੋੜਾ ਛੇੜ ਕੇ ਦੇਖ ਰਹੀਆਂ ਸੀ ਕਿ ਸਾਡੇ ਵੱਲੋਂ ਮੁੱਖ ਮੰਤਰੀ ਬਣ ਜਾਓ। ਉਹ ਮੁੱਖ ਮੰਤਰੀ ਤਾਂ ਸਾਰੇ ਇੱਥੇ ਲੜ ਮਰਨ ਡਏ ਆ, ਲੋਕ ਫਸ ਕੇ ਡਿੱਗਣ ਡਏ ਆ ਕਿ ਸਾਨੂੰ ਮੁੱਖ ਮੰਤਰੀ ਬਣਾਓ, ਸਾਨੂੰ ਮੁੱਖ ਮੰਤਰੀ ਬਣਾਓ। ਔਰ ਤੁਹਾਡੇ ਬਾਰੇ ਤਾਂ ਬਹੁਤ ਚਰਚਾਵਾਂ ਹੋਈਆਂ ਸੀ, ਉਹ ਕੀ ਸੀ ਚਰਚਾਵਾਂ? ਨਹੀਂ ਦੇਖੋ, ਇਸ ਤਰ੍ਹਾਂ ਅਸੀਂ ਪਹਿਲਾਂ ਵੀ ਤੁਸੀਂ ਮੇਰੀ ਇੰਟਰਵਿਊ ਲੈ ਚੁੱਕੇ ਹੋ, ਅਸੀਂ ਉੱਥੇ ਇਕੱਠੇ ਹੋਏ ਹਾਂ। ਬਿਲਕੁਲ 2010 ਤੋਂ ਮੈਨੂੰ ਇੰਟਰਵਿਊ ਸ਼ੁਰੂ ਹੋਈਆਂ, ਪਹਿਲਾਂ ਮੈਂ ਕਦੇ TV 'ਤੇ ਆਇਆ ਹੀ ਨਹੀਂ ਸੀਗਾ। ਅਤੇ ਜਿਸਲੇ ਬੱਚੇ ਵਾਪਸ ਲੈ ਕੇ ਆਇਆ ਅਤੇ ਉਹ 2011-12 'ਚ ਮੈਂ ਟਰਸਟ ਬਣਾ ਲਿਆ ਨਾ, ਇੱਥੇ ਪੈਸੇ ਖਰਚਣੇ ਸ਼ੁਰੂ ਹੋ ਗਏ, ਅਤੇ ਲੋਕਾਂ 'ਚ ਹਵਾ ਸੀ ਕਿ ਹੁਣ ਜਿਹੜੇ ਨਵੇਂ ਇਲੈਕਸ਼ਨ ਜਿਹੜੇ ਆ ਰਹੇ ਨੇ ਜੀ, ਅਤੇ ਉਹ ਇਲੈਕਸ਼ਨਾਂ ਦੇ ਵਿੱਚ ਓਬਰਾਏ ਜ਼ਰੂਰ ਖੜੇਗਾ, ਅਤੇ ਇਹਦਾ ਜਿਹੜਾ ਮਕਸਦ ਹੈਗਾ ਸਿਰਫ ਉਹ ਹੈਗਾ ਪੋਲੀਟੀਕਲੀ। ਅਤੇ ਮੈਂ ਉਦੋਂ ਵੀ ਗੱਲ ਕਹੀ ਸੀ, ਮੈਂ ਕਿਹਾ ਯਾਰ ਮੈਂ ਨਾ ਲਾਈਫ 'ਚ ਕਦੀ ਸੋਚਿਆ ਅਤੇ ਨਾ ਹੀ ਮੈਂ ਕਦੀ ਆਵਾਂਗਾ, ਅਤੇ ਮੇਰਾ ਇਹੋ ਜਿਹਾ ਕੋਈ ਮੂਡ ਨਹੀਂ ਹੈ। ਮੈਂ ਤਾਂ ਸੋਸ਼ਲ ਕੰਮ ਕਰਨੇ ਨੇ ਕਿ ਜਿਹੜੀ ਮੇਰੀ ਕਮਾਈ ਹੈ ਇਹ ਸਫਲ ਹੋ ਸਕੇ, ਕਿਉਂਕਿ ਹੁੰਦਾ ਕੀ ਹੈ ਜੀ, ਦੇਖੋ ਮੈਂ ਆਪਣੀ ਕਮਾਈ ਦਾ 2% ਰੱਖਦਾ ਆਪਣੇ ਕੋਲ ਮੈਂ, ਸੋ 98% ਜਿਹੜੀ ਮੇਰੀ ਕਮਾਈ ਹੈ ਨਾ, ਇਹ ਮੇਰੀ ਸੋਸ਼ਲ ਕੰਮਾਂ 'ਚ ਲੱਗਦੀ ਹੈ, ਕਿਉਂਕਿ ਉਹ ਮੇਰਾ ਹੈ ਹੀ ਨਹੀਂ। ਉਹ ਮੈਂ ਲਾਤਾ ਲਿਖਿਆ ਕਿ ਨਹੀਂ, ਕਿਉਂਕਿ ਮੇਰੇ ਲਈ 2% ਮੇਰੀ ਫੈਮਿਲੀ ਲਈ ਕਾਫੀ ਹੈ, ਅਤੇ ਉਹ ਚੱਲ ਰਿਹਾ ਸੀ। ਅਤੇ ਇਸੇ ਤਰ੍ਹਾਂ ਤੁਹਾਨੂੰ ਮੈਂ ਗੱਲ ਕਰ ਰਿਹਾ ਸੀ, ਵਿੱਚੇ ਰਹਿ ਗਈ ਸਾਡੀ ਕਿ ਜਿਸ ਤੁਸੀਂ ਕਹਿੰਦੇ ਫੈਮਿਲੀ ਦੀ ਗੱਲ ਕੀਤੀ, ਅਤੇ ਮੇਰੇ ਵਾਈਫ ਜਿਸ ਲਈ ਕਹਿੰਦੇ ਸੀ ਵੀ ਤੂੰ ਸਾਰਾ ਦਿਨ ਤੁਸੀਂ ਦੇਖੋ ਅਤੇ ਭੱਜੇ ਫਿਰਦੇ ਹੋ, ਘਰ ਵਾਸਤੇ ਟਾਈਮ ਨਹੀਂ ਤੁਹਾਡੇ ਕੋਲ। ਇੱਕ ਦਿਨ ਅਸੀਂ ਬੜਾ ਇੰਟਰਸਟਿੰਗ ਜਿਹਾ ਹੈਗਾ, ਤੁਹਾਡੇ ਗੁਰਾਇਆਂ ਲਾਗੇ ਪਿੰਡ ਹੈ ਇੱਕ, ਅਤੇ ਮੈਂ ਉੱਥੇ ਜਾਂਦਾ ਰਹਿੰਦਾ ਸੀ ਕਿ ਉੱਥੇ ਇੱਕ ਬੱਚਾ ਸੀਗਾ, ਉਹਨੂੰ ਫਾਂਸੀ ਸਜ਼ਾ ਹੋ ਗਈ ਸੀ। ਜਿਸ ਤਰ੍ਹਾਂ ਉਹਦੀ ਮਾਂ ਨੂੰ ਪਤਾ ਲੱਗਿਆ ਕਿ ਇਹਨੂੰ ਫਾਂਸੀ ਹੋ ਗਈ ਹੈ, ਪਤਾ ਲੱਗਿਆ ਮੇਰੇ ਬੱਚੇ ਨੂੰ ਫਾਂਸੀ ਹੈ, ਉੱਥੇ ਗਿਰ ਗਈ, ਅਟੈਕ ਹੋਇਆ, ਪੈਰਾਲਾਈਜ਼ ਦਾ, ਬੈੱਡ 'ਤੇ ਪੈ ਗਈ। ਅਤੇ ਮੈਂ ਜਦੋਂ ਜਲੰਧਰ ਜਾਣਾ ਅਤੇ ਮੈਂ ਉਹਨੂੰ ਮਿਲ ਕੇ ਜਾਣਾ, ਅਤੇ ਉਸ ਦਿਨ ਮੈਂ ਅਤੇ ਮੇਰੀ ਵਾਈਫ ਦੋਨੋਂ, ਮੈਂ ਡਰਾਈਵ ਕਰ ਰਿਹਾ ਸੀਗਾ ਅਤੇ ਵਾਈਫ ਨਾਲ ਬੈਠੇ, ਅਤੇ ਅਸੀਂ ਜਲੰਧਰ ਜਾ ਰਹੇ ਸੀ। ਅਤੇ ਰਸਤੇ 'ਚ ਮੈਂ ਕਿਹਾ ਵੀ ਮੈਂ ਜਾਣਾ ਜਿਹੜਾ ਇੱਥੇ ਅਤੇ ਮਿਲਣਾ ਅਤੇ 5 ਮਿੰਟ, ਅਤੇ ਮੈਨੂੰ ਕੀ ਕਹਿੰਦੇ ਅੱਗੋਂ, ਕਹਿੰਦੇ ਇੱਥੇ ਵੀ ਕੋਈ ਇਹੋ ਜਿਹਾ ਕੇਸ ਹੋਣਾ ਜਿਹਨੂੰ ਅਸੀਂ ਮਿਲਣ ਚੱਲੇ ਹੋਣੇ ਆ। ਅਤੇ ਸੀਗਾ ਤਾਂ ਕੇਸ ਹੀ, ਅਤੇ ਮੈਂ ਗੱਡੀ ਖੜੀ ਕੀਤੀ ਅਤੇ ਸਟਾਰਟ ਹੀ ਰੱਖੀ, ਮੈਂ ਕਿਹਾ ਤੂੰ ਵਿੱਚ ਬੈਠ, ਮੈਂ 5 ਮਿੰਟ 'ਚ ਆਇਆ। ਮੈਂ ਨਿਕਲ ਕੇ ਗਿਆ ਅਤੇ ਉਹ ਮੇਰੇ ਮਗਰ ਆ ਗਏ। ਅੱਗੇ ਗਿਆ ਅਤੇ ਬੈੱਡ 'ਤੇ ਨਾ ਜੀ ਇੱਕ ਲੇਡੀ ਲੇਟੀ ਹੋਈ ਸੀ, ਮੈਂ ਜਾ ਕੇ ਉਹਦੇ ਪੈਰਾਂ ਵਾਲੇ ਪਾਸੇ ਖੜ੍ਹ ਕੇ ਅਤੇ ਉਹਦੇ ਅੰਗੂਠੇ ਦੱਬੇ। ਅੰਗੂਠੇ ਦੱਬਣ ਨਾਲ ਕੀ ਹੁੰਦਾ ਹੈ, ਜਿਹੜਾ ਬੰਦਾ ਕਿਤੇ ਹੋਵੇ ਨਾ ਅਤੇ ਉਹ ਹਰਕਤ 'ਚ ਆ ਜਾਂਦਾ, ਅੱਖਾਂ ਖੋਲ੍ਹੇਗਾ ਵੀ ਕੌਣ ਹੈ ਇਹ, ਅਤੇ ਉਹਨੇ ਵੀ ਇਸ ਤਰ੍ਹਾਂ ਕੀਤਾ, ਲੇਕਿਨ ਉਹ 'ਚ ਤਾਂ ਹੈ ਹੀ ਨਹੀਂ ਸੀ ਦਮ, ਪਰ ਫਿਰ ਵੀ ਉਹਨੇ ਆਹਿਸਤਾ ਇੱਦਾਂ ਹੱਥ ਲਿਆ ਕੇ ਨਾ ਇੱਦਾਂ ਕਰਕੇ ਇੱਥੇ ਅਤੇ ਇੱਦਾਂ ਦਾ ਕਰੇ, ਅਤੇ ਵਾਈਫ ਮੇਰੇ ਪਿੱਛੇ ਖੜੇ ਸੀ ਨਾਲ ਹੀ, ਦੇਖ ਲਿਆ ਮੈਂ ਵੀ ਆ ਗਏ ਹੈ, ਅਤੇ ਮੈਂ ਉਹਨੂੰ ਕਹਿ ਦਿੱਤਾ, ਮੈਂ ਕਿਹਾ ਇਸ਼ਾਰਾ ਹੀ ਕਰਨਾ ਸੀ, ਉਹ ਨਾ ਸੁਣ ਸਕਦੀ ਨਾ ਬੋਲ ਸਕਦੀ ਸੀ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਮੈਂ ਕਿਹਾ ਵੀ ਮੈਂ ਲੈ ਆਵਾਂਗਾ। ਇੰਨਾ ਕਹਿ ਕੇ ਅਸੀਂ ਵਾਪਸ ਆ ਗਏ, ਅਤੇ ਮੇਰੇ ਵਾਈਫ ਅਤੇ ਅਸੀਂ ਨਾ ਉੱਥੋਂ ਗੁਰਾਇਆਂ ਤੋਂ ਲੈ ਕੇ ਅਸੀਂ ਜਲੰਧਰ ਕੈਂਟ ਤੱਕ ਬੋਲੇ ਨਹੀਂ, ਇੱਕ ਦੂਜੇ ਨਾਲ ਗੱਲ ਨਹੀਂ ਕੀਤੀ, ਕੋਈ ਵੀ ਖਾਮੋਸ਼ ਰਹੀ। ਉਹ ਵੀ ਸੋਚੀ ਗਈ, ਅਤੇ ਉੱਥੇ ਆ ਕੇ ਮੈਨੂੰ ਕਹਿੰਦੀ ਇਹ ਲੇਡੀ ਕੀ ਕਹਿ ਰਹੀ ਸੀ। ਮੈਂ ਕਿਹਾ ਤੂੰ ਕੀ ਲੈਣਾ ਇਹਨਾਂ ਕੰਮਾਂ 'ਚ, ਵਿਹਲੇ ਕੰਮ ਹੈ। ਕਹਿੰਦੀ ਨਹੀਂ ਇਹ ਵਿਹਲੇ ਨਹੀਂ, ਦੱਸੋ ਮੈਨੂੰ। ਮੈਂ ਕਿਹਾ ਨਹੀਂ, ਇਹਦੇ ਬੇਟੇ ਨੂੰ ਫਾਂਸੀ ਸਜ਼ਾ ਹੋ ਗਈ ਹੈ, ਅਤੇ ਉਹ ਫਾਂਸੀ ਤੋਂ ਬਾਅਦ ਇਹਨੂੰ ਪਤਾ ਲੱਗਿਆ ਅਤੇ ਇਹ ਇਸ ਪੋਜੀਸ਼ਨ 'ਚ ਆ ਗਈ। ਹੁਣ ਮੈਂ ਕਿਹਾ ਉਹ ਵਿਚਾਰੀ ਹਿੱਲ ਨਹੀਂ ਸਕਦੀ, ਲੇਕਿਨ ਫਿਰ ਵੀ ਉਹ ਹੱਥ ਜੋੜ ਰਹੀ ਹੈ, ਅੱਖਾਂ 'ਚੋਂ ਪਾਣੀ ਉਹਦੇ ਆ ਰਿਹਾ, ਅਤੇ ਉਹ ਇਹ ਤਿਰਲੇ ਕਰ ਰਹੀ ਹੈ ਕਿ ਮੇਰੇ ਬੱਚੇ ਨੂੰ ਬਚਾ ਲਓ। ਕਹਿੰਦੀ ਫਿਰ ਤੁਸੀਂ ਬਚਾ ਕੇ ਲਿਆਓ, ਅਤੇ ਮੈਂ ਕਿਹਾ ਉਹੀ ਤਾਂ ਕੰਮ ਕਰ ਰਿਹਾ ਮੈਂ। ਉਹ ਦਿਨ ਗਿਆ ਅਤੇ ਮੈਨੂੰ ਕਹਿੰਦੀ ਇਹ ਕਦੋਂ ਲਿਆਓਗੇ। ਮੈਂ ਕਿਹਾ ਮੈਂ ਪੂਰੀ ਕੋਸ਼ਿਸ਼ ਕਰ ਰਿਹਾ, ਅਤੇ 2.5-3 ਮਹੀਨੇ 'ਚ ਮੈਂ ਲੈ ਆਇਆ ਜੀ ਉਹਨੂੰ। ਜਦੋਂ ਮੈਂ ਲੈ ਕੇ ਆਇਆ ਉਹਨੂੰ, ਮਾਂ ਨੂੰ ਮਿਲਿਆ ਨਾ ਜੀ, ਉਹਦੀ ਮਾਂ
15-20 ਦਿਨਾਂ ਬਾਅਦ ਉਹ ਉੱਠ ਕੇ Normal ਖੜੀ ਹੋ ਗਈ, ਨਾਰਮਲ ਹੋ ਗਈ ਹੈ। ਉਹਨੂੰ ਰੋਟੀ ਵੀ ਪਕਾ ਰਹੀ ਹੈ, ਸਾਰੇ ਕੰਮ ਵੀ ਕਰ ਰਹੀ ਹੈ, ਬਿਲਕੁਲ ਨਾਰਮਲ ਪੋਜੀਸ਼ਨ 'ਚ ਆ ਗਈ। ਉਹ ਦਿਨ ਹੋ ਗਿਆ ਤੇ ਮੇਰੀ ਵਾਈਫ ਜਿਹੜੀ ਸੀ, ਜਿਹੜੀ ਇਸ ਚੀਜ਼ ਦੇ ਥੋੜੀ ਐਂਟੀ ਸੀ। ਐਂਟੀ ਠੀਕ ਆ, ਸਾਰੀਆਂ ਵਾਈਫ ਹੁੰਦੀਆਂ ਕਿ ਅਸੀਂ ਘਰ ਨੂੰ ਜਦ ਘਰ ਨੂੰ ਟਾਈਮ ਹੀ ਨਹੀਂ ਦੇ ਰਹੇ ਆਪਾਂ। ਪਰ ਉਸ ਤੋਂ ਬਾਅਦ ਉਹਨੇ ਮੈਨੂੰ ਅੱਜ ਤੱਕ ਟੋਕਿਆ ਨਹੀਂ ਕਦੀ। ਉਹ ਕਦੀ ਮੈਨੂੰ ਨਹੀਂ ਸੀ ਪਤਾ ਵੀ ਆਹ ਕੰਮ ਸੀ ਕਰ ਰਹੇ ਹੋ, ਤੇ ਕਹਿੰਦੀ ਮੈਂ ਨਹੀਂ ਅੱਜ ਤੋਂ ਬਾਅਦ ਟੋਕਾਂਗੀ। ਸੋ ਇਸ ਤਰ੍ਹਾਂ ਵਿਰੋਧ ਵੀ ਖੜੇ ਹੋਏ, ਲੇਕਿਨ ਵਿਰੋਧ ਨਹੀਂ ਆਏ ਇਹ, ਮੈਨੂੰ ਸਪੋਰਟ ਮਿਲੀ, ਸਾਰਿਆਂ ਵੱਲੋਂ ਮੈਨੂੰ ਸਪੋਰਟ ਮਿਲੀ, ਪੂਰੇ ਪੇਰੈਂਟਸ ਵੱਲੋਂ ਵੀ ਮਿਲੀ, ਭਰਾਵਾਂ ਵੱਲੋਂ ਵੀ ਮਿਲੀ, ਬੱਚਿਆਂ ਵੱਲੋਂ ਵੀ ਮਿਲੀ। ਇਹ ਤਾਂ ਹੀ ਸਾਰੇ ਜਿਹੜੇ ਕੰਮ ਚੱਲ ਰਹੇ। ਆਮ ਤੌਰ ਤੇ ਪ੍ਰਵਾਸੀ ਜਦੋਂ ਵਿਦੇਸ਼ਾਂ 'ਚ ਵਸ ਜਾਂਦੇ ਨੇ, ਉਹ ਜੜ੍ਹਾਂ ਜਿਹੜੀਆਂ ਨੇ ਟੁੱਟ ਜੀਆਂ ਜਾਂਦੀਆਂ ਨੇ, ਪਰ ਹਾਲੇ ਤੱਕ ਤੁਸੀਂ ਪੰਜਾਬ ਦੇ ਵਿੱਚ ਆਪਣੀਆਂ ਜੜ੍ਹਾਂ ਜਿਹੜੀਆਂ ਨੇ ਕਾਇਮ ਰੱਖੀ ਨੇ, ਭਾਵੇਂ ਪੂਰਾ ਸਾਲ ਤੁਸੀਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ 'ਚ ਘੁੰਮਦੇ ਹੋ। ਨਹੀਂ, ਇਕੱਲਾ ਨਿਵੇਸ਼ ਜੀ, ਇਕੱਲਾ ਮੈਂ ਹੀ ਨਹੀਂ, ਜਿੰਨੇ ਸਾਡੇ NRIs ਆ ਨਾ, ਉਹ ਸਾਰਿਆਂ ਦੇ ਦਿਲ ਜਿਹੜੇ ਪੰਜਾਬ 'ਚ ਹੀ ਵਸਦੇ ਆ। ਹੁਣ ਤੁਸੀਂ ਦੇਖ ਲਿਆ ਨਾ ਜੀ, ਚਾਹੇ ਕਰੋਨਾ ਦਾ ਹੋਇਆ, ਕਿੰਨੀ ਵਾਰ ਤੀਸਰੀ ਲੇਅਰ ਚੱਲ ਪਈ ਹੈ, ਪਹਿਲੀ ਲੇਅਰ 'ਚ ਇੰਨਾ ਕੁਛ ਹੋਇਆ, ਦੂਜੀ 'ਚ ਇੰਨਾ ਕੁਛ ਹੋਇਆ, ਤੀਸਰੀ ਹੈ, ਸਭ ਕੁਛ। ਤੇ ਪੰਜਾਬੀਆਂ ਨੇ ਪੂਰਾ ਸਾਥ ਦਿੱਤਾ, ਜਿੰਨੇ NRIs ਨੇ ਪੂਰਾ ਸਾਥ ਦਿੱਤਾ ਹੈ। ਚਾਹੇ ਕਿਸਾਨੀ ਅੰਦੋਲਨ ਸੀਗਾ, ਕੋਈ NRA ਪਿੱਛੇ ਨਹੀਂ ਹਟਿਆ, ਕਿਉਂਕਿ ਸਾਡੇ ਦਿਲ ਦੇ ਇੱਥੇ ਹੈ ਨਾ, ਸਾਰਿਆਂ ਨੇ ਵਾਲ ਆਈ ਹੈ। ਇਸ ਲਈ ਮੈਂ ਇਕੱਲਾ ਨਹੀਂ ਹਾਂ, ਸਾਰੇ NRIs ਸਾਰਿਆਂ ਨੇ ਕੰਮ ਕੀਤਾ, ਤੇ ਸਾਨੂੰ ਕਰਨਾ ਵੀ ਚਾਹੀਦਾ, ਕਿਉਂਕਿ ਪੰਜਾਬ ਤੇ ਆਪਣਾ ਹੀ ਹੈ। ਬਿਲਕੁਲ ਜੀ। ਉਬਰਾਏ ਸਾਹਿਬ, ਸਾਡੇ ਇੱਥੇ ਨਾ ਸਿਸਟਮ ਇੱਕ ਐਸਾ ਹੈ ਕਿ ਇਸ ਵੇਲੇ ਜੇਕਰ ਕੋਈ ਘਰ ਦੇ ਵਿੱਚ ਕੋਈ ਬਿਮਾਰ ਪੈ ਜਾਵੇ ਨਾ, ਬਹੁਤ ਵੱਡੇ ਪੱਧਰ ਤੇ ਫਿਕਰ ਜਿਹੜਾ ਆ ਉਹ ਦੂਸਰਿਆਂ ਨੂੰ, ਤੰਦਰੁਸਤ ਨੂੰ ਵੀ ਬਿਮਾਰ ਕਰ ਦਿੰਦਾ। ਸਿਹਤ ਦੇ ਮਾਮਲੇ ਨੂੰ ਲੈ ਕੇ ਸਰਬੱਤ ਦਾ ਭਲਾ ਟਰਸਟ ਜਿਹੜਾ ਹੈ ਕੀ ਕਰ ਰਿਹਾ? ਤੁਹਾਨੂੰ ਪਹਿਲਾਂ ਦੱਸਿਆ ਜਿਸ ਤਰ੍ਹਾਂ ਨਹੀਂ, ਅਸੀਂ ਪਿੰਡਾਂ 'ਚ ਮੈਂ ਗਿਆ ਸਾਰਿਆਂ, ਤੇ ਅਸੀਂ ਕੁਝ ਪੁਆਇੰਟ ਜਿਹੜੇ ਸੀ ਉਹ ਕੱਢੇ ਸੀ, ਤੇ ਮੇਰੇ ਮਨ 'ਚ ਇੱਕੋ ਸੀ, ਮੈਂ ਕਿਹਾ ਮੈਂ ਇੱਕ ਦੋ ਕਰਕੇ ਨਾ ਜੀ ਜਿੰਨੇ ਪੁਆਇੰਟ ਬਣਦੇ ਨੇ ਇਹ ਸਾਰੇ ਮੈਂ ਕਵਰ ਕਰਾਂਗਾ। 26-27 ਪੁਆਇੰਟ ਸੀ, ਅੱਜ ਸਾਰੇ ਕਵਰ ਹੋ ਚੁੱਕੇ ਸਾਡੇ। ਜਿਹੜੇ ਮੈਡੀਕਲ ਦੇ 4-5 ਪੁਆਇੰਟ ਸੀ ਮੇਰੇ, ਅੱਖਾਂ ਦੇ ਹੋ ਗਿਆ ਵੀ ਲੋਕੀ ਆਪਰੇਸ਼ਨ ਨਹੀਂ ਸੀ ਕਰਾਉਂਦੇ, ਤੇ ਅੱਖਾਂ 'ਚੋਂ ਨਜ਼ਰ ਜਾਣਾ ਬੰਦ ਹੋ ਗਿਆ ਸੀ, ਅਸੀਂ ਇੰਨੇ ਕੁ ਆਪਰੇਸ਼ਨ ਕਰਤੇ। ਮੈਂ ਕਿਹਾ 56,000 ਅਸੀਂ ਲੈਂਸ ਪਾ ਚੁੱਕੇ ਹੁਣ ਤੱਕ, ਸਾਰੇ ਫ੍ਰੀ ਆਫ ਕਾਸਟ। ਉਹਦਾ ਇਫੈਕਟ ਕੀ ਪਿਆ, ਮੈਂ ਤਾਂ ਉਧਰ ਦੇਖਦਾ ਨਾ ਜੀ, ਅੱਜ ਤਾਂ ਫ੍ਰੀ ਕਰਤੇ, ਲੇਕਿਨ ਜਿਹੜੇ ਹਸਪੀਟਲਾਂ ਵਾਲੇ ਜਿਹੜੇ 10-10, 12-12 ਹਜ਼ਾਰ ਰੁਪਏ ਲੈਂਦੇ ਸੀ ਨਾ ਜੀ, ਉਹਨਾਂ ਨੇ ਕਿਹਾ ਵੀ ਸਾਡੇ ਨਾਲ ਤਾਂ ਕੈਂਪ ਲੱਗ ਰਿਹਾ, ਫ੍ਰੀ ਹੋ ਰਿਹਾ ਸਾਰਾ ਕੁਝ, ਜੋ ਕੰਮ ਸੀ 12,000 'ਚ ਕਰ ਰਹੇ ਆ, ਪ੍ਰੋਫਿਟ ਬੜੇ ਸੀ। ਫਿਰ ਉਹਨਾਂ ਨੇ ਰੇਟ ਘਟਾਣੇ ਸ਼ੁਰੂ ਕੀਤੇ, ਅੱਜ 4-5 ਹਜ਼ਾਰ 'ਚ ਹੋ ਜਾਂਦਾ ਹੈ। ਇੱਕ ਸਾਨੂੰ ਬੜਾ ਵੱਡਾ ਫਾਇਦਾ ਮਿਲ ਗਿਆ ਇਹ ਕਿ 12,000 ਦੀ ਜਗ੍ਹਾ ਹੁਣ 4,000 'ਚ ਆਮ ਆਦਮੀ ਕਰਾ ਸਕਦਾ ਹੈ। ਦੂਸਰਾ ਜਿਹੜਾ ਸੀਗਾ ਡਾਇਲਿਸਿਸ, ਜੇ ਤੁਸੀਂ ਦੱਸੀ ਨਾ ਗੱਲ, ਹੁਣ ਇੱਕ ਘਰ 'ਚ ਅਗਰ ਇੱਕ ਬੰਦਾ ਇਹੋ ਜਿਹਾ ਆ ਗਿਆ ਕਿ ਜਿਹਨੂੰ ਡਾਇਲਿਸਿਸ ਕਰਾਉਣਾ ਪਵੇ, ਤੇ ਮਹੀਨੇ ਦਾ ਖਰਚਾ 40,000 ਦਾ ਹੈ, 40-45,000 ਦਾ ਖਰਚਾ ਹੈ। ਤੇ ਇਸ ਚੀਜ਼ ਨੂੰ ਮੇਰੇ ਮਨ ਨੂੰ ਬੜਾ ਸੀ ਕਿ ਨਹੀਂ, ਇਹਨੂੰ ਘਟਾਈਏ। ਦੂਸਰਾ ਇਹ ਵੀ ਸੀਗਾ ਕਿ ਡਾਇਲਿਸਿਸ ਯੂਨਿਟ ਹੈ ਹੀ ਨਹੀਂ ਸੀ ਕਿਤੇ ਵੀ, ਜਿਹਨੇ ਪਠਾਨਕੋਟ ਤੋਂ ਕਰਾਉਣਾ ਉਹਨੂੰ ਲੁਧਿਆਣੇ ਆਉਣਾ ਪਏਗਾ ਜਾਂ PGI ਜਾਣਾ ਪਏਗਾ, ਸਫ਼ਰ ਬਹੁਤ ਸੀ। ਤੇ ਇਸ ਚੀਜ਼ ਨੂੰ ਦੇਖਦੇ ਹਾਂ ਅਸੀਂ ਅੱਜ ਮੈਂ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਸਾਡੇ ਹਰ 25 ਕਿਲੋਮੀਟਰ ਦੇ ਬਾਅਦ ਸਾਡੇ ਯੂਨਿਟ ਲੱਗੇ ਹੋਏ ਆ, ਜਿੱਥੇ ਕਿ ਡਾਇਲਿਸਿਸ ਹੋ ਜਾਂਦਾ ਹੈ। ਤੇ ਜਿਹੜਾ 4,000 ਫ੍ਰੀ ਆਫ ਕਾਸਟ ਉੱਥੇ ਹੋਏਗਾ? ਨਹੀਂ, ਫ੍ਰੀ ਆਫ ਕਾਸਟ ਨਹੀਂ ਹੈ। ਜਿਹੜਾ 40,000 ਖਰਚਾ ਹੁੰਦਾ ਸੀ, ਉਹ ਹੁਣ ਸਿਰਫ 2,500 ਜਾਂ 3,000 ਜਾਂ 4,000 ਦੇ ਵਿੱਚ 10 ਡਾਇਲਿਸਿਸ ਹੋ ਰਹੇ ਨੇ। ਬਹੁਤ ਵੱਡੀ ਗੱਲ ਹੈ ਵੀ, ਇਹ ਵੀ ਬਹੁਤ ਵੱਡੀ ਨਾ ਮਾਤਰ। ਹਰ ਆਦਮੀ ਜਿਹੜਾ ਉਹ ਬੜੇ ਛੋਟੇ ਜਿਹੇ ਟਾਈਮ ਦੇ ਉੱਤੇ ਇਵੇਂ ਰਿਕਸ਼ੇ ਤੇ ਬਹਿ ਕੇ ਜਾਵੇ ਤੇ ਡਾਇਲਿਸਿਸ ਕਰਾ ਕੇ ਵਾਪਸ ਆ ਜਾਵੇ। ਇਹ ਫੈਸਿਲਿਟੀ ਜਿਹੜੀਆਂ ਦੋਨੋਂ ਅਸੀਂ ਦਿੱਤੀਆਂ, ਇਹਦੀ ਲੋੜ ਸੀ। ਤੀਸਰਾ ਜਿਹੜਾ ਮੇਰਾ ਮੇਨ ਪੁਆਇੰਟ ਸੀਗਾ ਕਿ ਜਿਹੜਾ ਲੋਕੀ ਟੈਸਟ ਨਹੀਂ ਕਰਾਉਂਦੇ, ਜਿਹੜਾ ਇੱਕਦਮ ਨਿਊਜ਼ ਆਉਂਦੀ ਹੈ ਨਾ, ਤੇ ਉਹ ਟੈਸਟ ਜਿਹੜੇ ਕਰਾਉਣੇ ਜ਼ਰੂਰੀ ਸੀ। ਫਿਰ ਅਸੀਂ ਲੈਬੋਰਟਰੀਜ਼ ਸ਼ੁਰੂ ਕੀਤੀਆਂ। ਗੁਰੂ ਨਾਨਕ ਦੇਵ ਜੀ ਦੇ 550 ਸਾਲ ਗੁਰਪੁਰਬ ਨੂੰ ਸਮਰਪਿਤ ਨਾ ਜੀ 50 ਲੈਬੋਰਟਰੀਆਂ ਟਰਸਟ ਨੇ ਕੀਤਾ ਫੈਸਲਾ ਕਿ ਅਸੀਂ 50 ਲੈਬੋਰਟਰੀਜ਼ ਖੋਲਾਂਗੇ। ਅਸੀਂ ਉਹ ਪੂਰੀਆਂ ਹੋ ਚੁੱਕੀਆਂ ਸਾਡੀਆਂ, ਪਰ ਲੇਕਿਨ ਅਜੇ ਵੀ ਡਿਮਾਂਡ ਹੈ। ਤੇ ਫਿਰ ਅਸੀਂ ਜਿਹੜੀਆਂ 50 ਲੈਬੋਰਟਰੀ ਹੋਰ ਅਸੀਂ ਉਹ ਸਮਰਪਿਤ ਕੀਤੀਆਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਗੁਰਪੁਰਬ ਨੂੰ। ਬਹੁਤ ਅੱਛਾ। ਤੇ 100 ਲੈਬੋਰਟਰੀ ਸਾਡੀਆਂ ਹੋ ਗਈਆਂ ਨੇ, ਹੁਣ 55 ਖੁੱਲ ਚੁੱਕੀਆਂ ਨੇ, ਬਾਕੀ ਸਾਡੀਆਂ ਆਉਣ ਵਾਲੇ ਹੋਰ 6-7-8 ਮਹੀਨੇ ਵਿੱਚ ਇਹ ਲੈਬੋਰਟਰੀ ਸਾਰੀ ਖੁੱਲ ਜਾਣੀਆਂ ਨੇ। ਔਰ ਰੇਟ ਦੇਖੋਗੇ ਤੁਸੀਂ ਸਾਡੇ, ਤੇ ਬਾਜ਼ਾਰ ਨਾਲੋਂ ਅਸੀਂ 11-12% ਤੇ ਕੰਮ ਕਰ ਰਹੇ ਹਾਂ। ਬਹੁਤ ਅੱਛਾ। ਅਗਰ ECG ਦੇਖੀ ਜਾਏ ਨਾ ਜੀ, ਸਿਵਲ ਹਸਪੀਟਲ 60 ਰੁਪਏ ਚਾਰਜ ਕਰਦਾ ਹੈ, ਪ੍ਰਾਈਵੇਟ 'ਚ 200 ਰੁਪਏ ਚਾਰਜ ਕੀਤਾ ਜਾਂਦਾ ਹੈ, ਸਾਡੇ 20 ਰੁਪਏ ਸਿਰਫ ਚਾਰਜ ਕੀਤੇ ਜਾਂਦੇ ਆ। ਸੋ ਸਾਰੇ ਟੈਸਟ ਜਿਹੜੇ ਨਾ ਇੱਕ ਪੈਕੇਜ ਬਣਿਆ, 14-15 ਟੈਸਟ ਹੁੰਦੇ ਨੇ, ਉਹ 3,500-4,000 ਲੱਗਦਾ ਮਾਰਕੀਟ ਵਿੱਚ, 350 ਰੁਪਏ ਆ। ਸੋ ਇਸ ਤਰੀਕੇ ਨਾਲ ਅਸੀਂ ਇਹ ਫੈਸਿਲਿਟੀ ਦਿੱਤੀ ਹੈ ਵੀ ਇੰਨਾ ਕਰਦੀ ਜਿਹੜਾ ਪੂਅਰ ਪੇਸ਼ੈਂਟ ਹੈਗਾ ਨਾ, ਕਮ ਸੇ ਕਮ ਉਹ ਟ੍ਰੀਟਮੈਂਟ ਤਾਂ ਕਰਾ ਸਕੇ। ਫਿਰ ਸਾਡੇ ਆਫਿਸ, ਹੈੱਡ ਆਫਿਸ ਦੇ ਵਿੱਚ ਸਾਡੇ ਡਾਕਟਰਸ ਬੈਠੇ, ਟੀਮ ਪੂਰੀ, ਜਿਸ ਤਰ੍ਹਾਂ ਦੀ ਕਿਸੇ ਦੀ ਕੋਈ ਇਹੋ ਜਿਹੀ ਭਿਆਨਕ ਬਿਮਾਰੀ ਨਿਕਲ ਆਉਂਦੀ ਹੈ ਤੇ ਉਹਦੇ ਵਾਸਤੇ ਫਿਰ ਟ੍ਰੀਟਮੈਂਟ ਹੈ ਜਿਹੜਾ ਉਹ ਵੀ ਫਿਰ ਅਸੀਂ ਟੈਸਟ ਬਣਾ ਜਿਹੜਾ ਉਹ ਸ਼ੁਰੂ ਕਰਾ ਦਿੰਦੇ ਹਾਂ। ਹੁਣ ਜਿੱਥੇ ਲੈਬੋਰਟਰੀਜ਼ ਖੁੱਲ ਚੁੱਕੀਆਂ, ਸਾਰੇ ਮੇਨ ਕੰਮ ਸੀ, ਉੱਥੇ ਇੱਕ ਜਿਹੜਾ ਅਗਲਾ ਪ੍ਰੋਜੈਕਟ ਮੇਰਾ ਰਹਿੰਦਾ ਜਿਹੜਾ ਕਿ ਬਹੁਤ ਜ਼ਰੂਰੀ ਹੈ, ਉਹ ਹੈਗਾ ਮੈਡੀਕਲ ਸਟੋਰਸ। ਹੁਣ ਜਿੱਥੇ ਸਾਡੀ ਲੈਬੋਰਟਰੀ ਖੁੱਲ ਚੁੱਕੀਆਂ ਹੈ ਕਿ ਸਾਡੀ ਕੋਸ਼ਿਸ਼ ਹੈ ਕਿ 31 ਮਾਰਚ ਤੱਕ ਅਸੀਂ 10 ਜਿਹੜੇ ਮੈਡੀਕਲ ਸਟੋਰ ਤਾਂ ਖੋਲ ਦੇਵਾਂਗੇ। ਇਹ ਵੱਡਾ ਜ਼ਿਲ੍ਹਾ ਹੈੱਡਕੁਆਟਰ ਤੇ ਖੋਲੂਗੇ ਜਾਂ ਨਹੀਂ? ਜਿੱਥੇ ਸਾਡੀ ਲੈਬੋਰਟਰੀ ਖੁੱਲ ਚੁੱਕੀਆਂ ਨੇ, ਲੈਬੋਰਟਰੀ ਦੇ ਨਾਲ ਹੀ ਸਾਡਾ ਮੈਡੀਕਲ ਸਟੋਰ ਖੁੱਲੇਗਾ। ਠੀਕ ਹੈ ਜੀ। ਕਿਉਂਕਿ ਲੈਬੋਰਟਰੀ ਅਸੀਂ ਬੜੇ ਪ੍ਰਾਈਮ ਲੋਕੇਸ਼ਨ ਤੇ ਖੋਲੀਆਂ। ਹੁਣ ਅੱਜ ਮੈਂ ਗਿਆ, ਅੱਜ ਗੜ੍ਹਸ਼ੰਕਰ,
ਸਾਡੀਆਂ ਵੈਸੇ ਨਵੇਂ ਸ਼ਹਿਰ ਹੈਗੇ ਆ, ਕੁੱਕੜ ਮਜਾਰਾ ਹੈਗੀ ਆ, ਤੁਹਾਡਾ ਮਾਲਪੁਰ ਹੈ, ਹੁਸ਼ਿਆਰਪੁਰ, ਸਭ ਪਾਸੇ ਬੰਗਾ, ਇਹ ਸਾਰੇ ਪਾਸੇ ਖੁੱਲੀਆਂ ਹੋਈਆਂ ਸਾਰੀਆਂ, ਅਸੀਂ ਘੇਰਿਆ ਹੋਇਆ ਸਾਰਾ। ਲੇਕਿਨ ਗੜ੍ਹਸ਼ੰਕਰ 'ਚ ਨਹੀਂ ਸੀ। ਅੱਜ ਇਹਨਾਂ ਨੇ ਡਿਮਾਂਡ ਕੀਤੀ ਗੜ੍ਹਸ਼ੰਕਰ 'ਚ, ਤੇ ਅਸੀਂ ਗੜ੍ਹਸ਼ੰਕਰ 'ਚ ਉਹ ਵੀ ਕਰਤੀ। ਉੱਥੇ ਐਂਬੂਲੈਂਸ ਫੈਸਿਲਿਟੀ ਨਹੀਂ ਹੈਗੀ ਕਿ ਕੱਲ੍ਹ ਨੂੰ ਕੋਈ ਹੋ ਜਾਏ, ਕਿਸੇ ਐਮਰਜੈਂਸੀ ਪੈ ਜਾਏ ਤੇ ਐਂਬੂਲੈਂਸ ਨੂੰ ਹਾਇਰ ਕਰਨੀ ਪੈਂਦੀ ਜਾਂ ਗੱਡੀ ਹਾਇਰ ਕਰਨੀ ਪੈਂਦੀ ਹੈ। ਇੱਕ ਐਂਬੂਲੈਂਸ ਦਿੱਤੀ। ਅੱਜ ਉੱਪਰ ਰਿਮੋਟ ਏਰੀਆ 'ਚ ਮੈਂ ਗਿਆ ਸੀਗਾ, ਉੱਧਰ ਕੰਢੀ ਦੇ ਏਰੀਆ ਵਿੱਚ ਗਿਆ ਸੀਗਾ, ਤੇ ਉੱਥੇ ਗੁਰਦੁਆਰਾ ਭਗਤ ਰਵਿਦਾਸ ਜੀ ਦਾ ਗੁਰਦੁਆਰਾ, ਤੇ ਉੱਥੇ ਵੀ ਗਏ, ਤਾਂ ਉੱਥੇ ਵੀ ਕੋਈ 28 ਪਿੰਡ ਪੈਂਦੇ ਉਹਨੂੰ। ਸੋ ਉੱਥੇ ਇਹੋ ਜਿਹਾ ਉਹਨਾਂ ਦੀ ਹਾਲਤ ਹੈ ਕਿ ਬੱਸ ਦੇ ਕਿਰਾਏ ਜੋਗੇ ਪੈਸੇ ਨਹੀਂ ਉਹਨਾਂ ਕੋਲ, ਤੇ ਉਹ ਕਿੱਥੋਂ ਜਾ ਕੇ ਟੈਸਟ ਕਰਾਉਣਗੇ। ਉੱਥੇ ਵੀ ਅਸੀਂ ਫਿਰ ਇੱਕ ਐਂਬੂਲੈਂਸ ਤੇ ਇੱਕ ਲੈਬੋਰਟਰੀ ਜਿਹੜੀ ਹੈ ਉਹ ਉੱਥੇ ਖੋਲ੍ਹਦੀ ਹੈ। ਇੱਕ ਹੋਰ ਜਿਹੜਾ ਨਵਾਂ ਮੈਨੂੰ ਮਹਿਸੂਸ ਹੋਇਆ ਕਿ ਭਗਤ ਰਵਿਦਾਸ ਜੀ ਨੇ ਉੱਥੇ 4 ਸਾਲ ਤੇ 2 ਮਹੀਨੇ ਤਪੱਸਿਆ ਕੀਤੀ ਹੈ। ਉਹਦਾ ਤਪਸਥਾਨ ਹੈ ਉਹਦਾ। ਤੇ ਉਹਦੇ ਵਾਸਤੇ ਫਿਰ ਮੈਂ ਲਿਟਰੇਚਰ ਪੁੱਛਿਆ, ਕਹਿੰਦੇ ਉਹ ਲਿਟਰੇਚਰ ਤਾਂ ਹੈ ਨਹੀਂ ਕੋਈ ਵੀ। ਮੈਂ ਕਿਹਾ ਯਾਰ ਆ 2-4-5 ਪਿੰਡਾਂ ਨੂੰ ਪਤਾ ਕਿ ਭਗਤ ਰਵਿਦਾਸ ਜੀ ਇੱਥੇ ਰਹੇ ਨਹੀਂ ਇੰਨੀ ਦੇਰ, ਤੇ ਮੈਂ ਕਿਹਾ ਇਹ ਤਾਂ ਦੁਨੀਆ 'ਚ ਜਾਣੀ ਚਾਹੀਦੀ ਗੱਲ। ਫਿਰ ਅਸੀਂ ਸਾਰਾ ਲਿਟਰੇਚਰ ਉੱਥੋਂ ਲੈ ਕੇ ਤੇ ਹੁਣ ਅਸੀਂ ਆਪਣੇ ਪਬਲਿਸ਼ ਕਰਕੇ ਟਰਸਟ ਵੱਲੋਂ, ਤੇ ਉਹਦੀ ਬਕਾਇਦਾ ਛਪਾਈ ਹੋਏਗੀ, ਉਹਦੀ ਆਉਣਗੀਆਂ ਕਿਤਾਬਾਂ, ਤੇ ਉਹ ਫਿਰ ਫ੍ਰੀ ਡਿਸਟ੍ਰੀਬਿਊਸ਼ਨ ਜਿਹੜੇ ਸਾਰੇ ਪਾਸੇ। ਬਹੁਤ ਅੱਛੀ ਗੱਲ ਹੈ ਜੀ, ਬਹੁਤ ਅੱਛੀ ਗੱਲ ਹੈ। ਔਰ ਅਸੀਂ ਆਪਣੇ ਇਸ ਪੰਜਾਬੀ ਸੱਥ ਵੱਲੋਂ, ਸਾਡੇ ਪੰਜਾਬੀ ਨੈਸ਼ਨਲ ਟੀਵੀ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦਿੰਦੇ ਹਾਂ। ਪਰਮਾਤਮਾ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ, ਸਿਹਤਯਾਬੀਆਂ, ਕਾਮਯਾਬੀਆਂ ਇਸੇ ਤਰ੍ਹਾਂ ਹੀ ਮਿਲਦੀਆਂ ਰਹਿਣ। ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਆਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਮੈਂ ਵੀ ਬਹੁਤ ਧੰਨਵਾਦ ਕਰਦਾ ਜੀ ਪੰਜਾਬੀ ਨੈਸ਼ਨਲ ਨਿਊਜ਼ ਟੀਵੀ ਦਾ ਵੀ, ਤੇ ਤੁਹਾਡਾ ਵੀ, ਤਾਂ ਉਹਨਾਂ ਦਾ, ਕਿ ਤੁਸੀਂ ਇੰਨਾ ਟਾਈਮ ਦਿੱਤਾ, ਤੇ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਇਹ ਗੱਲਾਂ ਤੁਸੀਂ ਬਾਹਰ ਪਹੁੰਚਾ ਰਹੇ ਹੋ, ਤਾਂ ਜੋ ਇਹਦਾ ਇਹੀ ਇੱਕੋ ਮਤਲਬ ਹੁੰਦਾ ਕਿ ਤੁਸੀਂ ਇਹ ਗੱਲਾਂ ਬਾਹਰ ਪਹੁੰਚਾਓ, ਤੇ ਜਿਹਨਾਂ ਨੂੰ ਨਹੀਂ ਪਤਾ ਉਹ ਵੀ ਸਾਡੇ ਟਰਸਟ ਦੀਆਂ ਜਿਹੜੀਆਂ ਸਕੀਮਾਂ ਚੱਲ ਰਹੀਆਂ ਉਹਦਾ ਫਾਇਦਾ ਉਠਾ ਸਕਣ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਪੰਜਾਬੀ ਸਾਥ ਇੱਥੇ ਸਮੇਟਣ ਦੀ ਮੈਨੂੰ ਰਮਨੀਕ ਨੂੰ, ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ। ਇਸੇ ਤਰ੍ਹਾਂ ਹੀ ਤੁਸੀਂ ਦੇਖਦੇ ਰਹਿਣਾ ਜੀ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।